ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ ਆਪਣੇ YouTube ਚੈਨਲ ਆਲ ਨੌਲੇਜ 20 ਤੇ ਕਰਦਾ ਤੁਹਾਡਾ ਬਹੁਤ ਬਹੁਤ ਸਵਾਗਤ। ਪਿਆਰੇ ਵੀਰੋ, ਅੱਜ ਆਪਾਂ ਖੜ੍ਹੇ ਹਾਂ ਮੈਸੀ ਦੀ ਏਜੰਸੀ ਦੇ ਵਿੱਚ। ਆਪਾਂ ਜਿਹੜਾ ਟਰੈਕਟਰ ਲੈ ਕੇ ਆਏ ਹਾਂ ਮੈਸੀ 9500 ਸਮਾਰਟ ਸੀਰੀਜ਼। ਇਹਦਾ ਆਪਾਂ ਰਿਵਿਊ ਕਰਾਂਗੇ। ਆਪਣੇ ਨਾਲ ਵੀਰ ਨੇ ਮੈਸੀ ਤੋਂ ਡੀਲਰ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਕੀ ਨਾਮ ਹੈ ਜੀ ਆਪਣਾ ਜੀ? ਮੇਰਾ ਨਾਮ ਰਣਜੀਤ ਸਿੰਘ ਹੈ ਜੀ। ਮੈਸੀ ਮੈਂ ਟਰੈਕਟਰ ਸਰਹੰਦ ਏਜੰਸੀ ਤੋਂ ਗੱਲ ਕਰ ਰਿਹਾ। ਠੀਕ ਹੈ ਜੀ। ਹਾਂਜੀ ਹਾਂਜੀ ਵੀਰ ਜਿਹੜਾ ਆਪਣਾ ਟਰੈਕਟਰ ਹੈ ਇਹ ਮੈਸੀ 9500। ਹਾਂਜੀ ਹਾਂਜੀ। ਇਹਦੇ ਵਿੱਚ ਟਰੈਕਟਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੇ ਇੰਜਨ ਦੀ ਗੱਲ ਕਰੀਏ ਵੀ ਇੰਜਨ ਦਾ ਕਿੰਨੇ HP ਦਾ ਆ ਰਿਹਾ ਜੀ? ਇਹਦਾ ਇੰਜਨ ਆ ਰਿਹਾ ਜੀ 58 HP ਦਾ, 58 HP ਦਾ। ਅਤੇ ਜਦੋਂ ਆਪਾਂ ਸਭ ਤੋਂ ਪਹਿਲਾਂ ਸਟਾਰਟਿੰਗ ਕਰੀਏ ਤਾਂ ਫਰੰਟ ਤੋਂ ਹੀ ਜਿਹੜੀਆਂ ਲਾਈਟਾਂ ਅਤੇ ਸ਼ੋਅ ਆ ਕਿਹੜੀ ਪਹਿਲਾਂ ਨਾਲੋਂ ਪਹਿਲਾਂ ਅੱਗੇ ਨੂੰ ਆਉਂਦੀ ਦੀ ਸ਼ੋਅ ਅੱਗੇ ਨੂੰ, ਅਤੇ ਹੁਣ ਉੱਪਰ ਨੂੰ ਚੱਕ ਦੀ ਕਰਤੀ ਜੀ ਇਹ ਸ਼ੋਅ। ਡਬਲ ਜੈਕ ਦਿੱਤੇ ਹੋਏ ਨੇ, ਲਾਈਟਾਂ ਡਬਲ ਕਰਤੀ ਹੈ ਜੀ। ਠੀਕ ਹੈ। ਇੱਕ ਤਾਂ ਸਟੇਟ ਲਾਈਟ ਹੋ ਗਈ, ਇੱਕ ਜਿਵੇਂ ਆਪਾਂ ਨੂੰ ਖੇਤ ਦੇ ਵਿੱਚ ਅੱਜ ਕੱਲ੍ਹ ਲੋੜ ਪੈਂਦੀ ਆ ਦੋਨੇ ਵਿਸ਼ਮੀ ਲਾਈਟ ਜੀ ਸਾਈਡਾਂ 'ਤੇ ਨੂੰ ਵੀ ਦਿਖਦੀ ਰਹੇ। ਠੀਕ ਹੈ ਜੀ। ਉਸ ਤੋਂ ਇਲਾਵਾ ਬੈਟਰੀ ਹੈ ਜਿਹੜੀ ਅੱਗੇ ਕਰਤੀ ਜੀ। ਇੰਟਰਕੂਲਰ ਲੱਗਿਆ ਹੋਇਆ, ਇਹ ਟਰਬੋ ਚਾਰਜ ਇੰਜਨ ਆ ਜੀ। ਠੀਕ ਹੈ ਠੀਕ ਹੈ ਜੀ। ਅਤੇ ਇੱਕ ਵਿਦਾਊਟ ਟਰਬੋ ਵੀ ਆਉਂਦੇ ਨੇ। ਇਹ ਆਪਣਾ 58 HP 'ਚ ਟਰਬੋ ਲੱਗਿਆ ਇੰਜਨ ਆਉਂਦਾ ਜੀ। ਜਦੋਂ 13 'ਚ ਲਾਂਚ ਕੀਤਾ ਸੀਗਾ ਇਹ, ਅਤੇ ਟਰਬੋ ਹੀ ਲਾਂਚ ਕੀਤਾ ਸੀ। ਅਤੇ ਹੁਣ ਤੱਕ ਇਹ ਟਰਬੋ ਹੀ ਇੰਜਨ ਆਈ ਆਪਣਾ। ਅਤੇ ਇਹਦੇ ਵਿੱਚ ਟਰੈਕਟਰ ਦੇ ਵਿੱਚ ਕਿਹੜਾ ਫਰੰਟ ਐਕਸਲ ਆਈ, ਫਰੰਟ ਐਕਸਲ ਆ ਜਿਹੜਾ, ਉਹਦੇ ਵਿੱਚ ਇਹ ਐਡਜਸਟੇਬਲ ਫਰੰਟ ਐਕਸਲ ਆਈ। ਠੀਕ ਹੈ ਠੀਕ ਹੈ ਜੀ। ਠੀਕ ਹੈ। ਅਤੇ ਆਪਾਂ ਤੇ ਫਰੰਟ ਮੂਹਰੇ ਦੀ ਗੱਲ ਕਰਦੇ ਹਾਂ। ਫਰੰਟ ਪ੍ਰੈਸ਼ਰ ਸਟੀਅਰਿੰਗ ਹੈ ਜੀ ਇਹ। ਠੀਕ ਹੈ ਠੀਕ ਹੈ। ਅਤੇ ਆਪਣਾ ਕਿਹੜਾ ਇਹ ਇੰਟਰਕੂਲਰ ਦੇ ਨਾਲ ਕਿਹੜਾ ਜਿਹੜਾ ਰੇਡੀਏਟਰ ਆ, ਜੇ ਮੈਂ ਤੁਹਾਨੂੰ ਖੋਲ੍ਹ ਕੇ ਦਿਖਾਵਾਂ ਮਾੜਾ ਜਿਹਾ ਇਹਦੇ ਵਿੱਚ। ਹਾਂ, ਉੱਪਰ ਨੂੰ ਖੁੱਲ੍ਹਦੀ ਕਰਤੀ ਸ਼ੋ, ਡਬਲ ਜੈਕ ਨੇ ਜੀ। ਟੈਂਕੀ ਉੱਪਰ ਦਿੱਤੀ ਹੋਈ ਹੈ ਜੀ, 70 ਲੀਟਰ ਦੀ ਕਪੈਸਿਟੀ ਇਹਦੀ। ਠੀਕ ਹੈ ਜੀ। ਇੰਟਰਕੂਲਰ ਦਿੱਤਾ ਹੋਇਆ ਅੱਗੇ ਹੀ ਉਹਦੇ ਵਾਸਤੇ ਹੀ ਅਲੱਗ ਤੋਂ, ਅਤੇ ਰੇਡੀਏਟਰ ਅਲੱਗ ਤੋਂ ਆ ਜੀ ਇਹਦਾ। ਠੀਕ ਹੈ ਜੀ। ਬੈਟਰੀ ਮੂਹਰੇ ਆ ਜੀ। ਇਹਦੇ ਵਿੱਚ ਜਿਹੜਾ ਆਪਣਾ ਮਤਲਬ ਫਿਲਟਰ ਹੈ ਡਰਾਈ ਟਾਈਪ ਹੈ ਜੀ? ਹਾਂ ਇਹ ਡਰਾਈ ਫਿਲਟਰ ਆਈ ਹੈ। ਠੀਕ ਹੈ ਠੀਕ। ਹਾਂਜੀ। ਅਤੇ ਉਸ ਤੋਂ ਇਲਾਵਾ ਅੱਗੇ ਥੋੜ੍ਹੀ ਜਾ ਕੇ ਆਪਾਂ ਗੱਲ ਕਰੀਏ ਪ੍ਰੈਸ਼ਰ ਸਟੀਅਰਿੰਗ ਆਈ। ਸਿਮਸਨ ਦਾ ਕਿਹੜਾ ਆਪਣਾ ਪਹਿਲਾਂ ਤੋਂ ਹੀ ਮੈਸੀ ਫਰਗੂਸਨ ਇੰਗਲੈਂਡ ਦਾ ਹੀ ਉਹੀ ਇੰਜਨ ਆ ਰਹੀ ਜੀ, ਉਹੀ ਕੰਪਨੀ ਦਾ ਪਹਿਲਾਂ ਤੋਂ ਸ਼ੁਰੂ ਤੋਂ ਹੀ ਸਿਮਸਨ ਕੰਪਨੀ ਦਾ ਜੀ। ਜੇ ਆਪਾਂ ਇਹਦੇ ਪੰਪ ਦੀ ਗੱਲ ਕਰੀਏ ਤਾਂ ਆਪਣੇ ਕਿਹੜੀ ਕੰਪਨੀ ਦਾ ਪੰਪ ਹੈ ਇਹਦੇ ਵਿੱਚ? ਇਹ ਰੋਟਰੀ ਪੰਪ ਹੈ ਜੀ, ਮਾਈਕਰੋ ਰੋਟਰੀ। ਹਾਂਜੀ ਠੀਕ ਹੈ ਠੀਕ ਹੈ। ਹਾਂਜੀ, ਮਾਈਕਰੋ ਦਾ ਰੋਟਰੀ ਪੰਪ ਹੁੰਦਾ ਜਿਹੜਾ ਉਹ ਹੈ ਜੀ ਇਹ। ਉਸ ਤੋਂ ਇਲਾਵਾ ਅੱਗੇ ਜਾ ਕੇ ਥੋੜ੍ਹੀ ਜਿਹੀ ਅੱਗੇ ਆਪਾਂ ਗੱਲ ਕਰੀ ਜਾਂਦੇ ਹੋਏ ਅਤੇ ਕਿਹੜੇ ਦਾ ਗੇਅਰ ਬਕਸ ਹੈ ਉਹ 4 ਸਪੀਡ ਆਈ, ਜਿਵੇਂ ਕਿ ਇੱਕ ਗੇਅਰ ਦੀ ਆ 4 ਸਪੀਡਾਂ ਨਹੀਂ। ਹਾਂਜੀ ਹਾਂਜੀ। ਠੀਕ ਹੈ। ਅਤੇ ਜਿਵੇਂ ਆਪਾਂ ਹਾਈ ਲੋ ਮੀਡੀਅਮ ਦੀ ਗੱਲ ਕਰਦੇ ਤਾਂ ਉਹਦੇ ਵਿੱਚ ਇੱਕ ਐਕਸਟਰਾ ਗੇਅਰ ਦਿੱਤਾ ਹੋਇਆ। ਜਿਵੇਂ ਆਪਾਂ ਗੇਅਰ ਪ੍ਰੋ ਦੀ ਗੱਲ ਕਰਦੇ ਹਾਂ ਤਾਂ ਇੱਕ ਗੇਅਰ ਦੀ ਆਪਾਂ 4 ਸਪੀਡਾਂ ਦਾ ਕੰਮ ਲੈ ਸਕਦੇ ਹਾਂ। ਜੇ ਆਪਾਂ ਟਰੈਕਟਰ ਦੇ ਮਤਲਬ ਟੋਟਲ ਗੇਅਰਾਂ ਦੀ ਗੱਲ ਕਰੀਏ ਤਾਂ 16 ਗੇਅਰ ਬਣਦੇ ਨੇ ਅੱਗੇ ਨੂੰ ਜੀ? ਹਾਂ, ਜਿਹੜੇ ਦੇ ਗੇਅਰ ਹੁੰਦੇ ਨੇ 16 ਟੋਟਲ ਬਣਦੇ ਨੇ। ਅਤੇ ਉਸ ਤੋਂ ਇਲਾਵਾ ਕਿਹੜਾ ਜਿਵੇਂ ਰਿਵਰਸ ਦੇ ਵਿੱਚ 4 ਸਪੀਡਾਂ ਹੋ ਗਈਆਂ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਅਤੇ ਗੇਅਰ ਕਰੀਏ ਆਪਾਂ ਗੱਲ, ਮੇਨ ਗੇਅਰ ਤੁਹਾਨੂੰ ਮਿਲਣਗੇ ਉਹਦੇ ਵਿੱਚ 3 ਜੀ ਅੱਗੇ ਨੂੰ ਜੀ। ਠੀਕ ਹੈ ਠੀਕ ਹੈ ਜੀ। ਅਤੇ ਉਹਦੇ ਵਿੱਚ ਕਿਹੜੀ ਸਪੀਡ ਮਿਲੂਗੀ? ਇੱਕ ਗੇਅਰ ਦੀ 4, ਜਿਵੇਂ ਆ ਇੱਕ ਹਾਈ ਲੋ ਆ ਲੱਗਿਆ ਹੋਈ ਉੱਪਰਲੀ ਸਾਈਡ ਸਟੀਅਰਿੰਗ ਕੋਲ ਜੀ, ਅਤੇ ਦੂਜਾ ਹਾਈ ਲੋ ਆ ਲੱਗਿਆ ਹੋਇਆ। ਠੀਕ ਹੈ। ਠੀਕ ਹੈ। ਇਹ ਸਾਡਾ ਟਾਈਪ ਆਪਸ਼ਨ ਦੇ ਵਿੱਚ ਆਉਂਦਾ ਜਿਵੇਂ ਸਾਡਾ ਗੇਅਰ ਹੁੰਦਾ ਹੁਣ ਟਾਈਪ? ਨਹੀਂ, ਸ਼ਟਲ 'ਚ ਨਹੀਂ ਜਾਂਦਾ। ਠੀਕ ਹੈ ਠੀਕ। ਸ਼ਟਲ ਦੇ ਵਿੱਚ ਇਹ ਆਪਣਾ 4x4 ਦੇ ਵਿੱਚ ਆਉਂਦਾ ਜੀ। ਠੀਕ ਹੈ ਠੀਕ ਹੈ। ਸਿੰਪਲ ਦੇ ਵਿੱਚ ਇਹਦੀ ਆ 4 ਸਪੀਡਾਂ ਕਰਤੀ ਆ। ਠੀਕ ਹੈ ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ ਡਿਫਰੈਂਸ਼ੀਅਲ ਲੌਕ ਆ ਜੀ ਲੱਗਿਆ ਹੋਇਆ ਜੀ। ਜਿਹੜੀ ਲਿਫਟ ਕਪੈਸਿਟੀ ਆ ਗੇਅਰ ਬਾਕਸ ਤੋਂ ਬਾਅਦ ਲਿਫਟ ਦੇ ਪਰ ਆਪਾਂ ਆ ਜਾਈਏ ਤਾਂ ਲਿਫਟ ਦੀ ਕਪੈਸਿਟੀ 22 ਕੁਇੰਟਲ ਆਈ ਸਿੱਧੀ ਸਟ੍ਰੇਟ। 2200 ਕੇਜੀ ਦੀ ਲਿਫਟ ਟਰੈਕਟਰ ਦੇ ਵਿੱਚ? ਹਾਂਜੀ ਹਾਂਜੀ। ਅਤੇ ਇਹਦਾ ਪਲੰਟਰੀ ਸਿਸਟਮ ਆ ਪਿੱਛੇ ਵਾਲਾ ਹਿੱਸਾ ਜੀ। ਆਇਓ ਅਤੇ ਤੁਹਾਨੂੰ ਮੈਂ ਦਿਖਾ ਦਿੰਦਾ ਪਿੱਛੇ ਜਾ ਕੇ। ਅੱਛਾ ਵੀਰੋ, ਆਪਾਂ ਤੁਹਾਨੂੰ ਹੁਣ ਪਿੱਛੇ ਲੈ ਚੱਲਦੇ ਹਾਂ ਟਰੈਕਟਰ ਦੇ। ਉਹ ਕਿਹੜੇ ਦੇ ਡਿਸਟਰੀਬਿਊਟਰ ਲੱਗ ਲੱਗਿਆ ਹੋਈ ਆਪਣੇ। ਹਾਂ, ਡਬਲ ਡਿਸਟਰੀਬਿਊਟਰ ਆ ਜੀ। ਠੀਕ ਹੈ ਠੀਕ ਹੈ। ਹਾਂ, ਡਬਲ ਮੂਡਡ, ਜਿਵੇਂ ਆਪਾਂ ਸਿੰਗਲ ਡਬਲ ਕਰਨਾ ਹੋਵੇ ਉਹਦੇ ਵਾਸਤੇ ਆਪਸ਼ਨ ਵਾਲਾ ਜੀ ਇਹ। ਠੀਕ ਹੈ ਠੀਕ ਹੈ। ਠੀਕ ਹੈ। ਅਤੇ ਕਿਹੜਾ ਇਹਦਾ ਡਿਸਟਰੀਬਿਊਟਰ ਨੂੰ ਪੰਪ ਲੱਗਿਆ ਹੋਇਆ, ਸੈਪਰੇਟ ਪੰਪ ਲੱਗਿਆ ਹੋਇਆ। ਠੀਕ ਹੈ ਠੀਕ ਹੈ। ਸਟੀਅਰਿੰਗ ਆ ਕਿਹੜਾ ਅੱਗੇ ਤਾਂ ਸਟੀਅਰਿੰਗ ਦਾ ਸੈਪਰੇਟ ਪੰਪ ਆਈ, ਅਤੇ ਲਿਫਟ ਆ ਕਿਹੜੀ ਇਹਦੀ ਉਹਦਾ ਅਲੱਗ ਪੰਪ ਆਈ। ਕਹਿਣ ਦਾ ਭਾਵ ਇਹਦੇ ਵਿੱਚ 3 ਪੰਪ ਦਿੱਤੇ ਹੋਏ ਨੇ, ਅਲੱਗ ਅਲੱਗ ਪੰਪ ਦਿੱਤੇ ਹੋਏ ਨੇ। ਇੱਕ ਦਾ ਵਜਨ ਦੂਏ ਪਰ ਨਿਸ਼ਚਿਆ ਹੋਇਆ ਵੀ ਜੇ ਕੱਲ੍ਹ ਨੂੰ ਮੰਨ ਲਓ ਬਰਾਬਰ ਨਾ ਦੂਈ ਕੋਈ ਪ੍ਰੋਬਲਮ ਆ ਰਹੀ ਆ ਤਾਂ ਇੱਕ ਕੰਮ ਕਰਕੇ ਦੂਏ ਪਰ ਵਜਨ ਨਹੀਂ ਪੈ ਸਕਦਾ। ਟਰੈਕਟਰ ਦੇ ਕਿੰਨੇ 3 ਪੰਪ ਨੇ ਟੋਟਲ ਜੀ? ਹਾਂ, ਟੋਟਲ 3 ਪੰਪ ਨੇ। ਇੱਕ ਦੇ ਵਿੱਚ ਇੱਕੇ ਕੰਮ ਕਰੂਗਾ। ਜੇ ਤੋਂ ਆਪਾਂ ਕੰਮ ਲੈ ਰਹੇ ਹਾਂ ਤਾਂ ਉਹ ਪੰਪ ਕੰਮ ਕਰ ਰਹੇ ਆ, ਅਦਰਵਾਈਜ਼ ਆਪਾਂ ਉਹਦੇ ਪਰ ਲੋਡ ਨਹੀਂ ਪੈ ਰਿਹਾ। ਠੀਕ ਹੈ ਠੀਕ ਹੈ। ਹਾਂਜੀ ਹਾਂਜੀ। ਜੇ ਆਪਾਂ ਵੀਰ ਜੀ ਹੁਣ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀ ਜਾਵੇ ਜੀ, ਟਰੈਕਟਰ ਜਿਵੇਂ ਆਹ ਟਰੈਕਟਰ ਹੈਗਾ ਆਪਣਾ ਜੀ 16 ਨਾਲ 28 ਟਾਇਰਾਂ ਦੇ ਵਿੱਚ। ਹਾਂਜੀ ਹਾਂਜੀ। ਹੋਰ ਇਹਦੇ ਵੱਲੋਂ 14 ਦੇ ਟਾਇਰ ਦੇ ਵਿੱਚ ਅਵੇਲੇਬਲ ਹੈਗਾ ਜੀ? ਇਹ 14 ਦੀ ਫਿਰ ਪਾਵਰ ਛੋਟੀ ਦੇ ਵਿੱਚ ਆਉਂਦੇ ਨਹੀਂ। ਠੀਕ ਹੈ ਠੀਕ। ਪਾਵਰ ਉਹ ਸਿੰਪਲ ਟਰਬੋ ਟਰੈਕਟਰ ਤੇ ਉਹ ਕਿਹੜਾ ਸਿੰਪਲ 9500 ਹੋ ਗਿਆ ਜੀ, 5245 ਹੋ ਗਿਆ ਜੀ। ਉਹ ਵੀ ਪਲੈਂਟਰੀ ਸਿਸਟਮ ਆਉਣ ਲੱਗ ਗਿਆ। 5 ਗੇਅਰ ਅੱਗੇ ਨੂੰ ਜੀ, 6 ਬੈਕ ਨੂੰ, 6ਵਾਂ ਬੈਕ ਜੀ। ਉਹ ਵੀ ਤੇਲ ਬ੍ਰੇਕ ਆ, ਇਹ ਵੀ ਤੇਲ ਬ੍ਰੇਕ ਆ ਜੀ ਆਪਣਾ, ਬੈਟ ਬ੍ਰੇਕ ਆਉਂਦਾ ਜੀ। ਹਾਂਜੀ। ਹੁਣ ਜੇ ਆਪਾਂ ਇਹਦੀ PTO ਦੀ HP ਦੀ ਗੱਲ ਕਰੀ ਜਾਵੇ ਜੀ ਕਿੰਨੇ
HP PTO ਦੇ ਕੱਢਦੇ ਟਰੈਕਟਰ ਜੀ? ਇਹ PTO HP ਜੀ ਹੈਗੀ 56.4 ਜੀ। ਠੀਕ ਹੈ ਜੀ। 56.4 ਕਹਿਣ ਦਾ ਭਾਵ 42 ਕਿਲੋ ਵਾਟ ਜੀ। ਠੀਕ ਹੈ ਜੀ। ਹੋਰ ਟਰੈਕਟਰ ਦੇ ਮੁਕਾਬਲੇ ਆਪਣੀ PTO ਪਾਵਰ ਜਿੰਨੇ ਟਰੈਕਟਰ ਦੀ ਹਾਰਸ ਪਾਵਰ ਹੈ 58 ਜੀ। ਕਾਪੀ ਪਰ ਜਿਹੜੀ ਆਪਾਂ ਉਹ ਵੀ ਕਰਦੇ ਆ, ਮੈਂਸ਼ਨ ਵੀ ਕਰਦੇ ਆ। ਪਾਵਰ ਤਾਂ ਮਤਲਬ ਕਹਿਣ ਦਾ ਭਾਵ ਇੱਕ ਸ਼੍ਰੇਣੀ ਹੁੰਦੀ ਆ, ਇੱਕ ਹੁੰਦੀ ਆ ਪਾਵਰ ਪੱਕੀ। ਇਹ 58 ਪਾਵਰ ਤਾਂ ਕੱਢੇ ਰਿਹਾ, ਉਸ ਤੋਂ ਇਲਾਵਾ ਇਸ ਤੋਂ ਵੱਧ ਵੀ ਪਾਵਰ ਕੱਢਦਾ ਹੈ। ਕਿਹੜੀ ਅਸੀਂ ਮੈਂਸ਼ਨ ਕਰਕੇ ਦਿੰਦੇ ਕਾਪੀ ਪਰ 58 ਤਾਂ ਰਹਿਣੀ ਆ, ਉਸ ਤੋਂ ਵੱਧੇ ਪਾਵਰ ਰਹੂਗੀ, ਘੱਟ ਨਹੀਂ ਹੁੰਦੀ। ਤੇ ਜਿਹੜੀ PTO ਪਾਵਰ ਆ ਉਹ 56.4 ਆ ਜੀ। ਠੀਕ ਹੈ ਜੀ। ਤੇ ਕਿਲੋਵਾਟ 'ਚ 42 ਆ ਜੀ। ਠੀਕ ਹੈ ਜੀ। ਤੇ ਇਹਦੇ ਵਿੱਚ ਜਿਹੜੀ ਆਪਣੀ ਇੱਕ ਹੋਰ ਸਭ ਤੋਂ ਮੇਨ ਫੀਚਰ ਆ ਜੀ ਟਰੈਕਟਰ ਦੇ ਵਿੱਚ, ਮੀਟਰ ਦੇ ਵਿੱਚ ਕਿਹੜਾ ਫੰਕਸ਼ਨ ਦਿੱਤਾ ਹੋਇਆ, ਜੇ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਵਾਂ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਇਹਦਾ ਮੀਟਰ ਦਾ ਜਿਹੜਾ ਉਹ ਡਿਜੀਟਲ ਕਰਤਾ ਜੀ। ਠੀਕ ਹੈ ਜੀ। ਆਹ ਸਪੀਡੋਮੀਟਰ ਹੋ ਗਿਆ ਜੀ। ਉਸ ਤੋਂ ਬਾਅਦ ਜਿਹੜੀ ਗਰਮ ਵਾਲੀ ਆਹ ਲਾਈਨਾਂ ਹੋ ਗਈਆਂ ਜੀ। ਠੀਕ ਹੈ ਡੰਡੇ। ਉਸ ਤੋਂ ਬਾਅਦ ਆਹ ਤੇਲ ਵਾਲੇ ਹੋ ਗਏ ਜੀ। ਕਿਹੜਾ ਆਹ ਮੀਟਰ ਇਹਦਾ ਜੀ, ਇਹ ਲਿਫਟ ਨਾਲ ਕੰਮ ਕਰਦਾ ਜੀ। ਕਹਿਣ ਦਾ ਭਾਵ ਜਿਸ ਤਰ੍ਹਾਂ ਤੁਸੀਂ ਲਿਫਟ ਉੱਪਰ ਥੱਲੇ ਜਿੰਨੀ ਰੱਖੋਗੇ ਉਹ ਸੂਈ ਤੁਹਾਨੂੰ ਦੱਸੂਗੀ, ਬਾਰ-ਬਾਰ ਦੇਖਣ ਦੀ ਲੋੜ ਨਹੀਂ ਪਿੱਛੇ। ਠੀਕ ਹੈ। ਜਿਵੇਂ ਟਰੈਕਟਰ ਨਾਲ ਹੀਟ ਹੁੰਦਾ ਜੀ, ਹਾਂਜੀ, ਤਾਂ ਫਿਰ ਇਹ ਲਾਈਨਾਂ ਦੇ ਹਿਸਾਬ ਨਾਲ ਦੱਸਦਾ ਵੀ ਹਾਂ ਆਹ ਲਾਈਨਾਂ ਦੱਸਣਗੇ ਤੁਹਾਨੂੰ। ਠੀਕ ਹੈ। 3 ਡੰਡੇ ਇਹਦੇ ਨਾਰਮਲ ਰਹਿੰਦੇ ਨੇ। ਜਦੋਂ ਕੋਈ ਟਰੈਕਟਰ ਚੱਲਦਾ 72 73 ਡਿਗਰੀ ਕਿਹੜਾ ਉਹਦਾ ਟੈਂਪਰੇਚਰ ਸੈੱਟ ਕੀਤਾ ਹੁੰਦਾ। ਠੀਕ ਹੈ। ਵੀ ਉਹਦੀ ਅੰਦਰਲੀ ਕਿਹੜੀ ਅੰਦਰ ਉਹਦੇ ਰਹਿਣੀ ਹੈ ਟਰੈਕਟਰ ਦੀ ਟੋਲਰੈਂਸ। ਉਸ ਤੋਂ ਇਲਾਵਾ ਜੇ ਡੰਡੇ ਵੱਧਦੇ ਜਾ ਰਹੇ ਨੇ ਉੱਪਰ ਨੂੰ 120 ਡਿਗਰੀ ਤੱਕ ਤੁਹਾਨੂੰ ਤੁਹਾਡੇ ਸਾਹਮਣੇ ਮੀਟਰ ਲੱਗਿਆ ਹੋਇਆ ਦੱਸੇ ਹੋਏ ਨੇ, ਤਾਂ ਇਹਨੇ ਕੀ ਕਰਨਾ ਉਨੀ ਵੱਧਦੇ ਜਾਣੇ ਨੇ। ਤੇ ਇੱਕ ਉਹਦੀ ਲਾਈਟ ਵੀ ਬਲਿੰਕ ਹੋਊਗੀ ਗਰਮ ਵਾਲੀ। ਠੀਕ ਹੈ ਜੀ। ਉਹ ਲਾਈਟਾਂ ਸਾਰੀਆਂ ਦਿੱਤੀਆਂ ਹੋਈ, ਜਿਵੇਂ ਬੈਟਰੀ ਦਿੱਤੀ ਹੋਈ ਆ, ਆਹ ਇੰਡੀਕੇਟ ਕਰ ਰਹੇ ਆ ਆਇਲ ਪ੍ਰੈਸ਼ਰ ਦੀ। ਜਦੋਂ ਸਟਾਰਟ ਕਰਨਾ ਤੁਸੀਂ ਨੇ ਲਾਈਟਾਂ ਆਟੋਮੈਟਿਕਲੀ ਬੰਦ ਹੋ ਜਾਣੀਆਂ ਨੇ। ਜੇ ਨਹੀਂ ਬੰਦ ਹੋ ਰਹੀ ਹੈ ਤਾਂ ਮੀਟਰ ਤੁਹਾਨੂੰ ਦੱਸੂਗਾ। ਤੇ ਮੀਟਰ ਦੇ ਇਹ ਵੀ ਦੱਸੂਗਾ ਤੁਹਾਨੂੰ ਵੀ ਤੁਹਾਡੀ ਸਰਵਿਸ ਦਾ ਟਾਈਮ ਆ ਚੁੱਕਿਆ ਹੈ। ਉਹਨੇ ਇੰਡੀਕੇਸ਼ਨ ਦਊਗਾ ਅਲੱਗ ਤੋਂ। ਆਪਣੇ ਹੁਣ ਇਸ ਵਕਤ ਤਾਂ ਬੰਦ ਆ ਕਿਉਂਕਿ ਸਰਵਿਸ ਹੋਣ ਵਾਲੀ ਨਹੀਂ ਹੈ। ਜਦੋਂ ਸਰਵਿਸ ਹੋਣ ਦਾ ਟਾਈਮ ਹੋਣੇ ਨੇ ਆਟੋਮੈਟਿਕਲੀ ਤੁਹਾਨੂੰ ਲਾਈਟ ਬਲਿੰਕ ਕਰੀ ਜਾਣੀ ਹੈ ਵੀ ਸਰਵਿਸ ਕਰਾ ਲਓ ਜੀ ਟਰੈਕਟਰ ਦੀ ਸਰਵਿਸ। ਟਰੈਕਟਰ ਦੀ ਆਪਾਂ ਗੱਲ ਕਰੀਏ ਤਾਂ ਗੱਡੀਆਂ ਵਾਂਗ ਜਿਹੜੇ ਗੱਡੀਆਂ ਦੇ ਵਿੱਚ ਫੀਚਰ ਆ ਰਹੇ ਨੇ, ਹਾਂਜੀ, ਵੀ ਆਪਣੇ ਟਰੈਕਟਰ ਸਮਾਰਟ ਹੋ ਕਰਦਾ। ਹਾਂ, ਜੋ ਮੈਂ ਸਮਾਰਟ ਕਰਤੇ ਆ ਜੀ। ਇਹਦੀ ਤੁਸੀਂ ਚਾਬੀ ਦੀ ਗੱਲ ਕਰੋਗੇ, ਇਹਦੀ ਚਾਬੀ ਹੈ ਜੀ ਆਹ। ਹਾਂਜੀ। ਜਿਹੜੀ ਚਾਬੀ ਪਰ ਆਪਾਂ ਲੌਕ ਅਨਲੌਕ ਕਰ ਸਕਦੇ ਹਾਂ ਜੀ ਟਰੈਕਟਰ ਨੂੰ। ਜਿਸ ਕੋਲ ਚਾਬੀ ਹੋਊਗੀ ਉਹੀ ਟਰੈਕਟਰ ਨੂੰ ਸਟਾਰਟ ਕਰੂੰਗਾ ਤੇ ਉਹੀ ਮਤਲਬ ਇਹਨੂੰ ਸਟਾਰਟ ਕਰ ਸਕਦਾ, ਤੀਆ ਕੋਈ ਸਟਾਰਟ ਨਹੀਂ ਕਰ ਸਕਦਾ। ਚਾਬੀ ਪਰ ਤੁਸੀਂ ਦੇਖੋਗੇ ਤਾਂ ਉਹਦੇ ਪਰ ਵੀ ਇਹ ਅਨਲੌਕ ਹੋਊਗਾ ਤੇ ਉਹਦੇ ਪਰ ਵੀ ਗੱਡੀ ਮੰਗ ਹਾਂ ਸੈਂਟਰ ਲੌਕ ਕਰਤੇ ਆ। ਤੇ ਇਸ ਦੇ ਨਾਲ ਇਹ ਮਤਲਬ ਆਹ ਸਟਾਰਟ ਦਾ ਕੰਮ ਕਰਤੇ ਆ ਜੀ। ਜੇ ਚਾਬੀ ਤੁਸੀਂ ਇੱਥੇ ਲੱਗਦੀ ਇਹਦੇ, ਜਦ ਵੀ ਤੁਸੀਂ ਨਾਈਟ ਦੇ ਵਿੱਚ ਲਾਉਣੀ ਹੈ ਔਰ ਇੱਕ ਲਾਈਟ ਬਲਿੰਕ ਕਰਦੀ ਹੈ ਜੀ। ਜਦੋਂ ਆਹ ਇਹਦੇ ਵਿੱਚ ਆਪਾਂ ਕਰਦੇ ਇਹਨੂੰ ਔਨ ਕਰਦੇ ਹਾਂ, ਆਪਾਂ ਲੌਕ ਖੋਲ੍ਹਦੇ ਹਾਂ। ਲੌਕ ਖੋਲ੍ਹਣ ਤੋਂ ਬਾਅਦ ਤੁਹਾਨੂੰ ਚਾਬੀ ਲਈ ਵੀ ਬਹੁਤ ਵਧੀਆ ਥਾਂ ਬਣਾਈ ਹੋਈ ਹੈ, ਮਤਲਬ ਕਹਿਣਾ ਤਾਂ ਦਿਖਦੀ ਹੈ ਦੂਰ ਤੋਂ ਰਾਤ ਹਨੇਰੇ ਦੇ ਵਿੱਚ। ਤੇ ਚਾਬੀ ਪਰ ਵੀ ਇਹਦਾ ਇੱਕ ਹੋਰ ਸਭ ਤੋਂ ਬੜਾ ਫੰਕਸ਼ਨ ਕੀਤਾ ਹੋਇਆ ਵੀ ਜਿਵੇਂ ਆਪਾਂ ਟਰੈਕਟਰ ਕਿਤੇ ਦੂਰ ਲਾ ਕੇ ਜਾ ਰਹੇ ਹਾਂ ਹਨੇਰੇ ਦੇ ਵਿੱਚ, ਤਾਂ ਖੇਤ ਦੇ ਵਿੱਚ ਆਪਾਂ ਲਾਈਟ ਇਸ ਤੋਂ ਹੀ ਚਾਬੀ ਤੋਂ ਹੀ ਟਰੈਕਟਰ ਦੀ ਬਾਲ ਸਕਦੇ ਹਾਂ। ਟਰੈਕਟਰ ਦੀ ਲਾਈਟਾਂ ਬਲਣਗੀਆਂ ਮੁਰਗੀਆਂ ਹੈੱਡ ਲਾਈਟਾਂ, ਤੇ ਆਪਾਂ ਨੂੰ ਰਸਤਾ ਦੇਖ ਸਕਦੇ ਹਾਂ ਵੀ ਖੇਤ ਦੇ ਵਿੱਚ ਟਰੈਕਟਰ ਆਪਾਂ ਜਾਣਾ ਹੋਵੇ ਕਿਤੇ ਨੂੰ ਖੜਾ ਕੇ, ਤਾਂ ਉਸ ਟਾਈਮ ਟਰੈਕਟਰ ਤੁਹਾਡਾ ਲੌਕ ਵੀ ਰਹੂਗਾ। ਜੇ ਤੁਸੀਂ ਨਹੀਂ ਬੰਦ ਕਰ ਸਕਦੇ ਬਟਨ ਤੋਂ ਆਪਣਾ ਟਰੈਕਟਰ ਦੀ ਲਾਈਟਾਂ, ਤਾਂ ਆਟੋਮੈਟਿਕਲੀ 30 ਸੈਕਿੰਡ ਬਾਅਦ ਲਾਈਟਾਂ ਬੰਦ ਹੋ ਜਾਣਗੀਆਂ। ਠੀਕ ਹੈ। ਆਪਾਂ ਬਿਲਕੁਲ ਪਹਿਲੇ ਥੱਲੇ ਚੱਲ ਕੇ ਇਹਦੇ ਇੰਜਨ ਦੀ ਗੱਲ ਕਰੀਏ ਤਾਂ ਇੰਜਨ ਦੇ ਕਿੰਨੇ ਸਿਲੰਡਰ ਇੰਜਨ ਦੇ ਵਿੱਚ ਟਰੈਕਟਰ ਆ ਰਿਹਾ ਜੀ ਆਪਣਾ ਜੀ? ਇਹ 3 ਸਿਲੰਡਰ ਆਈ। ਇਹ ਸ਼ੁਰੂ ਸੀ ਜਦੋਂ ਤੇਰੇ ਚ ਲਾਂਚ ਕੀਤਾ ਸੀਗਾ 3 ਸਿਲੰਡਰ ਇੰਜਨ ਆਇਆ ਜੀ ਇਹ 9500 ਹੀ। ਪਰ ਉਸ ਦੇ ਵਿੱਚ ਜਦੋਂ ਹੁੰਦਾ ਸੀਗਾ ਇਹਦਾ ਕੀ ਹੁੰਦਾ ਸੀਗਾ, ਆਪਣੇ ਇੰਟਰਕੂਲਰ ਛੋਟਾ ਹੁੰਦਾ ਸੀਗਾ, ਟਰਬੋ ਦੀ ਜਿਹੜੀ ਰੇਸ਼ੋ ਸੀ ਥੋੜੀ ਜਿਹੀ ਘੱਟ ਹੁੰਦੀ ਸੀ, ਜਿਹਦੇ ਕਰਕੇ ਥੋੜੀ ਜਿਹੀ ਪਹਿਲਾਂ ਵਾਲੇ ਟਰੈਕਟਰ ਨਾਲੋਂ ਪਾਵਰ ਦੀ ਇਹਦੀ ਜ਼ਿਆਦਾ ਤੇ ਕੰਜਪਸ਼ਨ ਘੱਟ ਆ ਗਈ। ਤੇ ਇਹਦੀ PTO ਪਾਵਰ ਜੇ ਤੁਹਾਨੂੰ ਦੇਖੀਏ ਤਾਂ ਆਪਾਂ ਆਪਣੇ ਬੋਰਡ ਲੱਗੇ ਹੋਏ ਨੇ, ਮੈਂਸ਼ਨ ਕੀਤੀ ਹੋਈ ਆ ਕਿਲੋਵਾਟ 'ਚ ਮੈਂਸ਼ਨ ਕੀਤੀ ਹੋਈ ਆ। ਔਨਲਾਈਨ ਵੀ ਜੇ ਤੁਸੀਂ ਗੂਗਲ 'ਤੇ ਚੈੱਕ ਕਰੋਗੇ ਤਾਂ ਉਹਦੇ ਵਿੱਚ ਤੁਹਾਨੂੰ ਇਹ ਸ਼ੋਅ ਕਰੂੰਗੀ ਵੀ ਇੰਨੀ PTO ਪਾਵਰ ਹੈ ਟਰੈਕਟਰ ਦੀ। ਹੁਣ ਇਹਦੇ ਮਗਰ ਆਪਾਂ ਜੇ ਇੰਪਲੀਮੈਂਟਾਂ ਦੀ ਗੱਲ ਕਰੀਏ ਤਾਂ ਆਪਣੇ ਲਾ ਲਓ ਜੀ ਕਿਹੜੇ ਚੱਲਦੇ ਨੇ 10 ਦੀ ਹੈਰੋਈ, 3 ਦੇ ਪਲੋ ਜੀ। ਠੀਕ ਹੈ ਜੀ। ਤੇ ਆਪਣਾ ਕਿਹੜਾ ਰੋਟਾਵੇਟਰ ਆ ਜੀ 10 ਫੁੱਟ ਦਾ ਸ਼ਕਤੀਮਾਨ ਦਾ ਰੋਟਾਵੇਟਰ ਜੀ, ਜਿਹੜਾ ਆਪਾਂ ਮਤਲਬ ਜਾਂ ਸ਼ਕਤੀਮਾਨ ਜਾਂ ਜਿਵੇਂ ਤੁਹਾਡੇ ਕੋਲ ਹੈ ਕੋਈ ਵੀ, ਵੈਸੇ ਅਸੀਂ ਸ਼ਕਤੀਮਾਨ ਚਲਾ ਰਹੇ ਹਾਂ ਇਹਦੇ ਮਗਰ 10 ਫੁੱਟ ਆ। ਤੇ ਸੁਪਰ ਸੀਡਰ ਆ ਕਿਹੜਾ 8 ਫੁੱਟ ਆ ਜੀ, ਆਰਾਮ ਨਾਲ ਇਹ ਚਲਾਉਂਦਾ ਜੀ। ਠੀਕ ਹੈ। PTO ਪਾਵਰ ਵੱਧ ਹੋਣ ਕਰਕੇ ਪਿੱਛੋਂ ਦੇਖੋ ਕਦੋਂ ਕੋਈ ਵੀ ਟਰੈਕਟਰ ਆਈ ਜਦੋਂ ਉਹਦੀ ਪਾਵਰ ਵੱਧ ਹੁੰਦੀ ਹੈ ਤਾਂ ਇੰਪਲੀਮੈਂਟ ਉਸ ਤਰੀਕੇ ਨਾਲ ਕੰਮ ਕਰਦਾ। ਇਹ ਤਾਂ ਹੈ। ਜੇ ਟਰੈਕਟਰ 'ਚ ਕੋਈ ਵੀ ਕੰਪਨੀ ਦਾ ਟਰੈਕਟਰ ਆ ਜੇ ਉਹਦੀ PTO 'ਚ ਮੰਨ ਲਓ ਇੰਜਨ ਦੀ ਪਾਵਰ ਅਲੱਗ ਮੈਟਰ ਕਰ ਰਹੀ ਇਸ ਵਕਤ, ਪਰ PTO ਦੀ ਅਲੱਗ ਮੈਟਰ ਕਰ ਰਹੀ ਆ, ਕਿਉਂਕਿ ਜਿਹੜੇ ਅੱਜ ਕੱਲ੍ਹ ਇੰਪਲੀਮੈਂਟ ਆ ਗਏ PTO ਪਰ ਜ਼ਿਆਦਾ ਆ ਗਏ। ਟਰੈਕਟਰ ਇੰਜਨ ਅੱਗੇ ਨੂੰ ਹੌਲੀ ਚੱਲਦਾ ਤੇ ਪਿੱਛੋਂ ਪਾਵਰ ਕੱਢਦਾ ਉਹ PTO ਪਰ ਸਾਰੀ, ਹੌਲੀ ਹੌਲੀ ਚੱਲਣ ਨਾਲ PTO ਤੇ ਪਾਵਰ ਕੱਢਦਾ। ਜਿਹੜੇ ਟਰੈਕਟਰ ਦੀ ਅੱਜ ਕੱਲ੍ਹ PTO ਨਹੀਂ ਹੋਊਗੀ
ਉਹ ਪੀਟੀਓ ਅੱਗੇ ਨੂੰ ਜਾ ਕੇ ਉਹ ਟਰੈਕਟਰ ਕੰਮ ਬੜੇ ਸੰਦਾਂ ਪਰ ਜਾਂ ਕੰਮ ਨਹੀਂ ਕਰ ਸਕਦਾ। ਸਹੀ ਗੱਲ ਹੈ ਜੀ। ਤੇ ਹੁਣ 8 ਫੁੱਟਾ ਸੁਪਰ ਸੀਡਰ ਤੇ ਆਰਾਮ ਗੈਲ ਜੇ ਆਪਾਂ ਐਵਰੇਜ ਦੀ ਗੱਲ ਕਰੀਏ ਤਾਂ ਘੰਟੇ ਮਗਰ ਇਹ 7 ਲੀਟਰ ਤੇਲ ਖਾ ਕੇ ਮਤਲਬ ਕਿੱਦਾਂ ਬੀਜ ਦਿੰਦਾ ਜੀ? ਹਾਂ 1 ਘੰਟੇ ਮਗਰ 7 ਲੀਟਰ ਤੇਲ ਖਾਂਦਾ ਜੀ। ਠੀਕ ਹੈ। ਤੇ ਆਪਣੇ 70 ਮਿੰਟ ਦੇ ਵਿੱਚ ਇਹ 1 ਕਿੱਲਾ ਬੀਜ ਲੈਂਦਾ ਜੀ। ਠੀਕ ਹੈ ਠੀਕ ਹੈ। ਘੰਟੇ ਤੋਂ ਮਤਲਬ 10 ਮਿੰਟ ਜਾਂ 15 ਮਿੰਟ ਲਾ ਲਓ ਵੀ 70 ਮਿੰਟ ਦੇ ਵਿੱਚ ਇਹ ਕਿੱਲਾ ਬੀਜਣ ਤੋਂ ਬਾਅਦ 8 ਲੀਟਰ ਖਾਣ ਤੋਂ ਬਾਅਦ 7 ਤੋਂ 8 ਲੀਟਰ ਖਾਣ ਤੋਂ ਬਾਅਦ 1 ਕਿੱਲਾ ਸੁਪਰ ਸੀਡਰ ਤੇ ਬੀਜਣ ਤੋਂ ਬਾਅਦ ਤੇ ਟਰੈਕਟਰ ਦਾ ਤੁਹਾਡਾ ਕਹਿਣ ਦਾ ਭਾਵ ਹੋਰ ਦੇ ਮੁਕਾਬਲੇ ਬਹੁਤ ਫਰਕ ਪਾਉਂਦਾ ਹੈ। ਜਿਵੇਂ ਮੈਂ ਤੁਹਾਨੂੰ ਮੈਂਸ਼ਨ ਕਰ ਰਿਹਾ, ਇਹ ਜ਼ਰੂਰੀ ਗੱਲ ਤਾਂ ਕਹਿ ਰਿਹਾ ਜੀ ਤੇਲ ਵਾਲੀ, 1 ਘੰਟੇ ਮਗਰ ਦੀ ਗੱਲ ਕਰ ਰਿਹਾ ਮੈਂ। ਘੰਟੇ ਮਗਰ ਦੀ ਜਿੰਨਾ ਹੁਣ ਤੁਹਾਡਾ ਟਰੈਕਟਰ ਤੁਹਾਡਾ ਖੇਤ ਦੇ ਵਿੱਚ ਵੱਧ ਰਹੂਗਾ ਉਹ ਕਿੱਲੇ ਦੇ ਵਿੱਚ ਉਹ ਸਾਰਾ ਆਪਾਂ ਨੂੰ ਉਹ ਕਾਊਂਟ ਕਰਨਾ ਪੈਣਾ, ਕਿਉਂਕਿ ਘੰਟਾ ਤਾਂ ਜਿਹੜਾ ਚੱਲੇ ਗਿਆ ਉਸ ਤੋਂ ਇਲਾਵਾ ਕਿਹੜਾ ਹੋਰ ਉਹ ਆਪਣਾ ਟਾਈਮ ਲੈ ਰਿਹਾ ਕਿੱਲੇ ਦੇ ਵਿੱਚ। ਹਾਂਜੀ ਹੁਣ ਪਤਾ ਜੀ ਟਾਈਮ ਦੀ ਬੱਚਤ ਹੁੰਦੀ ਹੈ। ਹਾਂ ਟਾਈਮ ਦੀ ਬੱਚਤ ਹੁੰਦੀ ਆ, ਖਰਚਾ ਵੀ ਬਚਦਾ ਖਰਚਾ ਵੀ ਬਚਦਾ ਕਿਉਂਕਿ ਜਿੰਨਾ ਟਾਈਮ ਆਪਾਂ ਇਹ ਨਾ ਸੋਚੀਏ ਵੀ ਆਪਣਾ ਘੰਟੇ 'ਚ ਦੂਏ ਨੇ ਵੀ ਇੰਨਾ ਖਾਇਆ ਉਹਨੇ ਵੀ ਇੰਨਾ ਖਾਇਆ, ਘੰਟੇ ਦੇ ਨਾਲ ਇਹ ਉਸ ਤੋਂ ਇਲਾਵਾ ਉਹਦੇ ਤੋਂ ਘੱਟ ਮਿੰਟ ਦੇ ਵਿੱਚ ਕਿੱਲਾ ਕੱਢਦਾ ਜੀ ਸੁਪਰ ਸੀਡਰ ਤੇ। ਠੀਕ ਹੈ ਜੀ। ਹਾਂਜੀ ਆਪਾਂ ਹੁਣ ਟਰੈਕਟਰ ਦੇ ਇੰਜਨ ਦੀ ਗੱਲ ਕਰੀਏ, ਆਪਾਂ ਕਹਿੰਦੇ ਵੀ ਕਿੰਨੇ ਟਾਰਕ ਦਾ ਇੰਜਨ ਪ੍ਰਦਾਨ ਕਰਦਾ ਜੀ? ਇਹ ਕਿਹੜੀ ਇਸਦੀ ਸਟ੍ਰੋਕ ਆਈ ਕਿਹੜੀ 127 ਦੀ ਆਈ। ਠੀਕ ਹੈ ਠੀਕ ਹੈ ਜੀ। ਠੀਕ ਹੈ ਜੀ। ਕਿਹੜੀ ਇਹਦੀ ਆਪਣੀ ਸੀਸੀ ਦੇ ਵਿੱਚ ਲਾਈਏ ਆਪਣੀ ਇਹਦੀ ਆਪਣੇ 2800 ਸੀਸੀ ਆਉਂਦਾ ਜੀ ਇਹ। ਠੀਕ ਹੈ ਠੀਕ ਹੈ ਜੀ। ਹਾਂਜੀ 2800 ਸੀਸੀ ਦਾ ਇੰਜਨ ਆ ਜੀ ਇਹ, 127 ਦੀ ਸਟ੍ਰੋਕ ਆ ਜੀ। ਕਿਹੜੀ ਟਾਰਕ ਹੁੰਦੀ ਆ? ਹਾਂਜੀ ਐਨਐਮ ਟਾਰਕ ਹੁੰਦੀ ਆ, ਉਹ 262 ਇਹਦੀ ਟਾਰਕ ਤੇ ਚਲੇ ਜਾਂਦੀ ਹੈ ਜੀ। ਮਤਲਬ ਕਹਿਣ ਦਾ ਭਾਵ ਟਾਰਕ ਦੇ ਟਰੈਕਟਰ ਦੀ ਇਹੀ ਚੀਜ਼ ਹੋਣ ਕਰਕੇ, ਵੱਧ ਸਟ੍ਰੋਕ ਹੋਣ ਕਰਕੇ ਇਹਦੀ ਖਿਚਾਈ ਵੱਧ ਆ। ਠੀਕ ਹੈ ਠੀਕ ਹੈ। ਤੇ ਖਰਚਾ ਘੱਟ ਆ। ਹਾਂਜੀ ਪਿਸਟਨ ਬਾਕੀ ਟਰੈਕਟਰਾਂ ਨੂੰ ਜਿਵੇਂ ਆਉਂਦੇ ਨੇ ਆਪਣੇ 60 ਪਾਵਰ ਟਰੈਕਟਰ ਲਾ ਲਓ ਜੀ, ਸਾਰੇ 4 ਸਿਲੰਡਰਾਂ 'ਚ ਜ਼ਿਆਦਾਤਰ ਆਉਂਦੇ ਨੇ। ਹਾਂਜੀ ਤੇ ਜੇ 3 'ਚ ਆਉਂਦੇ ਨਹੀਂ ਵੀ ਤਾਂ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ। ਮੈਂ ਇਸ ਚੀਜ਼ ਦਾ ਸਭ ਤੋਂ ਪਹਿਲਾਂ ਜਿਹੜਾ ਜਦੋਂ ਲਾਂਚ ਕੀਤਾ ਸੀਗਾ ਚੈਨ ਵਾਲੇ ਜਾਂ ਛੋਟੇ ਆਉਂਦੇ ਸੀ, ਜਦ ਤੋਂ ਹੀ ਇਹਨਾਂ ਦਾ ਰਿਹਾ ਵੀ ਖਰਚਾ ਪਹਿਲਾਂ ਦੇਖ ਕੇ ਚੱਲਦੇ ਆ ਇਹ। ਠੀਕ ਹੈ ਠੀਕ ਹੈ ਜੀ। ਬਾਕੀ ਫੰਕਸ਼ਨ ਦੇ ਨਾਲ ਜਿਵੇਂ ਜ਼ਿਮੀਂਦਾਰ ਦੇ ਹੱਕ ਦੇ ਵਿੱਚ ਹੁੰਦਾ ਉਹ ਵੱਧ ਦੇਖ ਕੇ ਚੱਲਦੇ ਆ। ਤੇ ਸਭ ਤੋਂ ਜਦੋਂ ਆਪਾਂ ਗੱਲ ਕਰਦੇ ਆ ਜਿਵੇਂ ਪੀਟੀ ਦੀ ਆਪਾਂ ਗੱਲ ਕਰ ਰਹੇ ਹਾਂ ਸੁਪਰ ਸੀਡਰ ਦੇ ਚੱਕਰਾਂ ਦੀ, ਹਾਂਜੀ ਤਾਂ ਪੀਟੀਓ ਦੇ ਵਿੱਚ ਆਪਾਂ ਨੂੰ ਫੰਕਸ਼ਨਾਂ ਦੀ ਬਹੁਤ ਲੋੜ ਪੈਂਦੀ ਹੈ ਇਸ ਟਾਈਮ। ਤਾਂ ਉਹ ਜਿਹੜੇ ਪੀਟੀਓ ਦੇ ਫੰਕਸ਼ਨ ਆ ਤੁਹਾਨੂੰ ਆ ਕੇ ਮੈਂ ਦੱਸਾਂ ਤਾਂ ਮਾੜਾ ਜਿਹਾ ਅੱਗੇ ਨੂੰ ਇੱਥੇ ਨੂੰ ਆ ਜਾਓ। ਕਿਹੜੇ ਪੀਟੀਓ ਦੇ ਫੰਕਸ਼ਨ ਨੇ ਇਹਦੇ ਵਿੱਚ ਪੀਟੀਓ ਵੀ 4 ਤਰ੍ਹਾਂ ਦੀ ਕੁਆਡਰਾ ਪੀਟੀਓ ਆਈ। ਠੀਕ ਹੈ ਜੀ। ਠੀਕ ਹੈ ਜੀ। ਜਿਵੇਂ ਮੰਨ ਲਓ ਤੁਸੀਂ 70 ਚੱਕਰਾਂ ਤੋਂ ਲੈ ਕੇ 995 ਚੱਕਰਾਂ ਤੱਕ ਕਿਸੇ ਵੀ ਗੇਅਰ ਦੇ ਵਿੱਚ ਪੀਟੀ ਨੂੰ ਚਲਾ ਸਕਦੇ ਹੋ। ਠੀਕ ਹੈ ਜੀ। ਚੱਲਦੇ ਹੋਏ ਗੇਅਰਾਂ 'ਚ ਕੰਮ ਲੈ ਸਕਦੇ ਹੋ, ਖੜਾ ਕੇ ਗੇਅਰਾਂ 'ਚ ਕੰਮ ਲੈ ਸਕਦੇ ਹੋ ਚੱਕਰਾਂ 'ਚ। ਤੇ ਉਸ ਤੋਂ ਇਲਾਵਾ ਰਿਵਰਸ ਦੇ ਵਿੱਚ ਵੀ ਆਪਾਂ ਨੂੰ ਬਾਕੀ ਟਰੈਕਟਰਾਂ ਨਾਲੋਂ 4 ਆਪਸ਼ਨ ਨੇ ਰਿਵਰਸ ਦੇ ਵਿੱਚ। 1.2 ਤੋਂ ਲੈ ਕੇ 17.3 ਤੱਕ ਇਹਦਾ ਤੋਰਾ ਹੈ ਰਿਵਰਸ ਦੇ ਵਿੱਚ ਜੀ। ਮਤਲਬ ਕਹਿਣ ਦਾ ਭਾਵ ਕੋਈ ਟਰੈਕਟਰ ਦੇ ਵਿੱਚ ਚਲੋ ਅਲੱਗ-ਅਲੱਗ ਫੰਕਸ਼ਨ ਹੁੰਦੇ ਨੇ, ਪਰ ਆਪਣਾ ਅਲੱਗ ਤੋਂ ਮੇਨ ਫੀਚਰ ਆ ਵੀ ਹੋਰ 'ਚ ਕਿਸੇ 'ਚ ਮਿਲ ਨਹੀਂ ਰਿਹਾ ਇਹ। 4 ਤਰ੍ਹਾਂ ਦੀ ਆਪਾਂ ਪੀਟੀਓ ਬੈਕ 'ਚ ਵੀ ਦੇ ਰਹੇ ਹਾਂ ਰਿਵਰਸ ਦੇ ਵਿੱਚ। ਹਾਂਜੀ। ਫਿਰ ਇੰਜਨ ਨਾਲ ਵੀ 540 ਕੰਮ ਕਰਦੀ ਹੈ ਜੀ ਸਿੱਧੀ ਡਾਇਰੈਕਟ। ਤੇ ਰਿਵਰਸ ਮਤਲਬ 4 ਪੀਟੀ ਕਿਸ ਤਰ੍ਹਾਂ ਹੋ ਗਈ ਹੈ, ਇੱਕ ਗਰਾਊਂਡ ਹੋ ਗਈ ਜੀ ਆਪਣੀ। ਟਰੈਕਟਰ ਦੇ ਟਾਇਰਾਂ ਨਾਲ ਜੇ ਆਪਾਂ ਕੰਮ ਲੈਣਾ ਹੋਵੇ, ਟਰੈਲੀ ਚੱਲਦੀ ਹੈ ਜਾਂ ਕੋਈ ਪੀਟੀ ਅੱਜ ਕੱਲ੍ਹ ਆਪਸ਼ਨਲ ਟਰਾਲੀ ਆ ਗਈ। ਹਾਂਜੀ ਤਾਂ ਉਸ ਤਰ੍ਹਾਂ ਵੀ ਆਪਾਂ ਕੰਮ ਲੈ ਸਕਦੇ, ਗੇਅਰਾਂ ਦੇ ਵੀ ਚੱਲਦੇ ਹੋਏ ਖੜਾ ਕੇ ਗੇਅਰਾਂ 'ਚ ਕੰਮ ਲੈ ਸਕਦੇ। ਜਨਰੇਟਰ ਦੀ ਲੋਡ ਪੈਂਦੀ ਹੈ ਆਪਾਂ ਨੂੰ, ਵਾਰ-ਵਾਰ ਪੁਲੀ ਚੇਂਜ ਕਰਨ ਦੀ ਲੋੜ ਨਹੀਂ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਰਿਵਰਸ ਹੋ ਗਈ ਜੀ, ਉਸ ਤੋਂ ਬਾਅਦ ਇੰਜਨ ਨਾਲ 540 ਹੋ ਗਈ। ਇਸ ਤਰ੍ਹਾਂ ਦੀ 4 ਤਰ੍ਹਾਂ ਦੀ ਪੀਟੀ। ਤੇ ਮਤਲਬ ਫਿਰ ਜੇ ਆਪਾਂ ਕਹਿ ਸਕਦੇ ਓਵਰਆਲ ਟਰੈਕਟਰ ਵੀ ਜਿਹੜੇ ਬਾਕੀ ਟਰੈਕਟਰ ਆ ਰਹੇ ਨੇ, ਹਾਂਜੀ ਵੀ ਉਹਨਾਂ ਦਾ ਵੱਧ ਫੀਚਰ ਵਾਲਾ ਟਰੈਕਟਰ, ਬਹੁਤ ਫੀਚਰ ਵਾਲਾ ਜਿਹੜਾ ਜ਼ਿਮੀਂਦਾਰ ਦੇ ਹੱਕ ਵਿੱਚ ਬਹੁਤ ਤਰ੍ਹਾਂ ਮਤਲਬ ਕਹਿਣ ਦਾ ਭਾਵ ਵੀ ਜਿਹੜੇ ਅੱਜ ਕੱਲ੍ਹ ਜ਼ਿਮੀਂਦਾਰ ਨੂੰ, ਕਿਸਾਨ ਨੂੰ ਖੇਤ ਦੇ ਵਿੱਚ ਆਪਣੀ ਖੇਤੀ ਲਈ ਜਿਹਨਾਂ ਚੀਜ਼ਾਂ ਦੀ ਲੋੜ ਆ, ਆਪਸ਼ਨ ਹੈ ਚਾਹੀਦੀ ਆ, ਉਹ ਸਾਰੇ ਇਹਦੇ ਵਿੱਚ ਆਪਸ਼ਨ ਹੈ ਨੇ ਵੀ ਸਾਰੇ ਟਰੈਕਟਰ ਮੰਨ ਲਓ ਕੰਮ ਕਰ ਰਹੇ। ਜਿੰਨੀ ਬੜੀ ਗੱਲ ਵੀ ਟਰੈਕਟਰਾਂ ਨੂੰ ਵੀ ਪੈਸਿਆਂ ਦਾ ਖਰਚੇ ਬਚਾ ਕੇ ਹਾਂ ਫਾਇਦਾ ਖਰਚਾ ਜੀ। ਜਿਹੜੇ ਸਾਰੇ ਇਹਦੇ ਬੈਰਿੰਗ ਆ ਪਿੱਛੇ ਤੱਕ ਤੁਹਾਨੂੰ ਬਾਰ-ਬਾਰ ਸਾਫ਼ ਕਰਾਉਣ ਦੀ ਲੋੜ ਨਹੀਂ ਹੈ। ਤੇਲ 'ਚ ਡੁੱਬੇ ਬੈਰਿੰਗ ਆਉਂਦੇ ਨੇ ਇਹਦੇ ਪਿੱਛੇ ਵਾਲੇ ਜੀ, ਤੇ ਤੇਲ 'ਚ ਬ੍ਰੇਕ ਆਉਂਦੀ ਜਾਣੀ। ਮਤਲਬ ਕਹਿਣ ਦਾ ਭਾਵ ਕੱਦੂ ਦੇ ਵਿੱਚ ਪਿੱਛੇ ਕੋਈ ਗਾਰ ਆ ਜਾ ਉਹਦੀ ਲੋੜ ਨਹੀਂ ਹੈ ਬੈਰਿੰਗ ਪਟਾਉਣ ਦੀ, ਗਰੀਸ ਮਾਰਨ ਦੀ। ਇਹ ਇੱਕ ਵਾਰ 'ਚ ਤੇਲ ਪਿਆ ਹੋਇਆ ਜਿਹੜਾ ਉਹੀ ਕੰਮ ਕਰ ਰਿਹਾ ਬੈਰਿੰਗ। ਹਾਂਜੀ। ਜਿਵੇਂ ਆਪਣੇ ਹੋਰ ਟਰੈਕਟਰ ਆ, ਮੈਂ ਚਲੋ ਨਾ ਤਾਂ ਸਭ ਨੂੰ ਪਤਾ ਹੀ ਹੈ ਜੀ, ਜਿਹੜੇ ਟਰੈਕਟਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੇ ਟਰੈਕਟਰ ਦੇ ਪਿਛਲੇ ਹਿੱਸੇ ਨੂੰ ਗਰੀਸ ਕਰਨੀ ਪੈਂਦੀ ਆ ਤਾਂ ਚੱਲਦੇ ਨੇ। ਗਰੀਸ ਦਾ ਕੋਈ ਚੱਕਰ ਨਹੀਂ, ਮੂਹਰਲਾ ਫਰੰਟ ਇਹ ਵੀ ਪਾਉਂਦਾ, ਸੀਲਾਂ ਲੱਗੀਆਂ ਹੋਈਆਂ ਨੇ, ਪਰ ਇਹਨਾਂ ਨੂੰ ਗਰੀਸ ਦਾ ਇਹ ਹੁੰਦਾ ਵੀ ਆਪਾਂ ਨੂੰ 2 ਕੱਦੂਆਂ ਤੋਂ ਬਾਅਦ, ਮੈਂ ਕਹਿਣ ਦਾ ਭਾਵ 2 ਸੀਜ਼ਨ ਲੱਗਣ ਤੋਂ ਬਾਅਦ ਵੀ ਫਿਰ ਕਿਤੇ ਲੋੜ ਪੈਂਦੀ ਹੈ ਉਹ ਵੀ ਢਿੱਲ ਮਿਸ ਚੈੱਕ ਕਰਕੇ ਚਲੋ ਇੰਨੇ ਚਿਰ ਬਾਅਦ ਵੀ ਬੰਦਾ ਬੈਠੇ ਵੀ ਹਾਂਜੀ ਸਰਵਿਸ ਕਰਵਾਈ ਲੈਂਦਾ। ਪਰ ਕਹਿਣ ਦਾ ਭਾਵ ਆ ਮੌਕੇ ਪਰ ਆਪਾਂ ਨੂੰ ਵਾਰ-ਵਾਰ ਲੋੜ ਨਹੀਂ ਪੈਂਦੀ ਵੀ ਗਰੀਸ ਮਾਰ ਕੇ ਆਪਾਂ ਨੇ ਇਹਨੂੰ ਤੋੜਨਾ ਪਿੱਛੇ ਦੀ। ਮਤਲਬ ਜੀ ਆਪਾਂ
ਪ੍ਰੈਸ਼ਰ ਸਟੀਅਰਿੰਗ ਵਾਲਾ ਤੇਲ ਹੁੰਦਾ ਜੀ, ਹਾਂਜੀ ਇਹਦੇ ਵਾਸਤੇ ਕੋਈ ਅਲੱਗ ਡੱਬਾ ਲੱਗਿਆ ਹੋਏਗਾ ਜੀ? ਹਾਂਜੀ ਹਾਂ, ਪ੍ਰੈਸ਼ਰ ਸਟੀਅਰਿੰਗ ਦਾ ਤੇਲ ਜੋ ਤੁਹਾਨੂੰ ਦੱਸਿਆ ਸੀਗਾ ਪੰਪ ਲੱਗ ਆਣਾ ਜੀ, ਹਾਂਜੀ ਤੇ ਉਹ ਪੰਪ ਲੱਗ ਹੋਣ ਕਰਕੇ ਇਹਦਾ ਤੇਲ ਵੀ ਲੱਗ ਪੈਂਦਾ ਜੀ 2 ਲੀਟਰ। ਠੀਕ ਹੈ, ਮਤਲਬ 2 ਲੀਟਰ ਤੇਲ ਇਹਦੇ ਵਿੱਚ ਪੈ ਜਾਂਦਾ। 2 ਲੀਟਰ ਚ ਤੇਲ ਪੈ ਜਾਂਦਾ, ਉਹ ਜੈਕਾਂ 'ਚ ਭਰ ਜਾਂਦਾ, ਤੇ ਉਸ ਤੋਂ ਬਾਅਦ ਘਟਿਆ ਵਧਿਆ ਤੁਸੀਂ 100-200 ਗ੍ਰਾਮ ਪਾਉਣਾ। ਹੁਣ ਇਸ ਵਕਤ ਜੇ ਤੁਸੀਂ ਪਹਿਲਾਂ ਖਾਲੀ ਕਰਨੇ ਆ ਜੈਕ, ਇੱਕ ਵਾਰੀ ਜੈਕ ਖਾਲੀ ਕਰ ਲਿਆ, ਸਾਰਾ ਸਪਲਾਈ ਖਾਲੀ ਕਰ ਲਈ, ਤਾਂ ਉਸ ਟਾਈਮ 2 ਲੀਟਰ ਤੇਲ ਪੈਣਾ। ਜੇ ਉਸ ਟਾਈਮ ਉਸ ਤੋਂ ਬਾਅਦ ਤੁਹਾਡਾ ਕੋਈ ਤੇਲ ਲੋਡ ਪੈਂਦੀ ਆ, ਗੇਜ ਲੱਗੀ ਹੋਈ ਹੈ ਨਾਲੇ, ਆਪਾਂ ਨੇ ਗੇਜ ਕੱਢਣੀ ਆ, ਤੇ ਗੇਜ ਆਪਾਂ ਨੂੰ ਦੱਸੂਗੀ ਵੀ ਕਿੱਥੇ ਤੇਲ ਰੱਖਣਾ। ਇਹਦੇ ਪਰ ਮੈਕਸਿਮਮ ਮਿਨੀਮਮ ਤੇਲ ਲਿਖਿਆ ਹੁੰਦਾ, ਤਾਂ ਆਪਾਂ ਨੇ ਉਹ ਕੀ ਕਰਨਾ, ਆ ਕਾਟੀਆਂ ਲੱਗੀ ਹੋਈ ਨੇ, ਆ ਦੇਖੋ ਜੀ, ਆ ਲਿਖਿਆ ਹੋਇਆ ਹਾਈ, ਆ ਲੋ ਲਿਖਿਆ ਹੋਇਆ ਜੀ। ਤਾਂ ਆਪਾਂ ਨੇ ਕੀ ਕਰਨਾ, ਇਹਨਾਂ ਦੇ ਵਿੱਚ ਉੱਪਰ ਤੱਕ ਜਿੱਥੇ ਲਿਖਿਆ ਹੋਇਆ ਨਿਸ਼ਾਨ ਦਿੱਤਾ ਹੋਇਆ, ਉੱਥੇ ਤੱਕ ਆਪਾਂ ਨੇ ਤੇਲ ਰੱਖਣਾ ਇਹਦਾ ਸਟੀਅਰਿੰਗ ਦਾ। ਹਾਂਜੀ, ਇਹ ਲੱਗ ਦਿੱਤਾ ਹੋਇਆ ਜੀ। ਜੇ ਆਪਾਂ ਇੰਜਣ ਦੇ ਵਿੱਚ ਕਿੰਨਾ ਵੀ ਆਇਲ ਪੈ ਜਾਂਦਾ ਜੀ ਮੋਬਾਈਲ, ਜੇ ਆਪਾਂ ਗੱਲ ਕਰੀਏ ਜੀ? ਇਹਦੇ ਇੰਜਣ ਦੇ ਵਿੱਚ 7.5 ਲੀਟਰ ਤੇਲ ਪੈ ਜਾਂਦਾ ਜੀ। ਠੀਕ ਹੈ ਜੀ। ਹਾਂਜੀ, ਸਭ ਤੋਂ ਟਰੈਕਟਰ ਦੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਘੱਟ ਇਹਦੇ ਵਿੱਚ ਸਿਰਫ ਇੱਕੋ ਇੰਜਣ ਦੇ ਵਿੱਚ ਸਿਰਫ ਸਰਵਿਸ ਵੇਲੇ ਇੱਕੋ ਹੀ ਤੇਲ ਪੈਂਦਾ, 7.5, ਹੋਰ ਕੋਈ ਤੇਲ ਨਹੀਂ ਪੈਂਦਾ। ਠੀਕ ਹੈ, ਠੀਕ ਹੈ, ਠੀਕ ਹੈ ਜੀ। ਬਾਕੀ ਇਹ ਚੈੱਕ ਹੋ ਜਾਂਦਾ, ਸਟੀਅਰਿੰਗ ਦਾ ਲੋਡ ਪੈਂਦੀ ਹੈ, ਜੇ ਆਪਾਂ ਨੂੰ ਸਟੀਅਰਿੰਗ ਹੀ ਦੱਸ ਦਿੰਦਾ ਵੀ ਸਟੀਅਰਿੰਗ ਢਿੱਲਾ ਹੋ ਗਿਆ ਜਾਂ ਖਾਲੀ ਹੋ ਗਿਆ, ਕਦੇ ਨਹੀਂ ਤਾਂ ਇਹਦੀ ਲੋੜ ਨਹੀਂ ਪੈਂਦੀ ਚੇਂਜ ਕਰਨ ਦੀ, ਜਾਂ ਕੁਝ ਹੋਰ ਘਾਟੇ 'ਤੇ ਹੀ ਪਾਉਣਾ ਪੈਂਦਾ ਸਟੀਅਰਿੰਗ ਦਾ ਤੇਲ। ਤੇ ਜਦੋਂ ਇੱਕ ਹੋਰ ਜੇ ਆਪਾਂ ਅੱਗੇ ਗੱਲ ਕਰੀਏ, ਉਸ ਤੋਂ ਇਲਾਵਾ ਕਿਹੜਾ ਆਪਾਂ ਗੱਲ ਕਰ ਰਹੇ ਸੀਗੇ, ਗੇਅਰਾਂ ਦੀ ਗੱਲ ਕਰ ਰਹੇ ਸੀਗੇ, PTO ਦਾ ਕਿਹੜਾ ਆਪਾਂ ਗੱਲ ਕਰ ਰਹੇ ਸੀਗੇ, PTO ਦਾ ਇਹਦਾ ਕਿਹੜਾ ਕਲੱਚ ਆ ਜੀ, ਆਹ ਕਲੱਚ ਦੇ ਵਿੱਚ ਡੂਅਲ ਕਲੱਚ ਦਿੱਤਾ ਹੋਇਆ। ਕਹਿਣ ਦਾ ਭਾਵ ਹਾਫ ਤੇ ਆਪਣਾ ਮੇਨ ਕੰਮ ਕਲੱਚ ਕਰਨਗੇ ਗੇਅਰ, ਤੇ ਅੱਗੇ ਜਾ ਕੇ ਆਹ PTO ਹੋ ਗਿਆ ਜੀ। ਠੀਕ ਹੈ, ਠੀਕ ਹੈ ਜੀ। ਠੀਕ ਹੈ ਜੀ। ਤੇ ਮਤਲਬ ਮੇਨ ਤੇ ਆਪਣੇ ਮੇਨ ਉਹਦੇ ਕਲੱਚ ਹੋ ਗਈ ਜੀ, ਸ਼ੁਰੂ ਤੇ ਆਪਣਾ ਡੂਅਲ ਕਲੱਚ ਆ ਰਿਹਾ ਇੱਕ ਸਵਰਾਜ ਟਰੈਕਟਰ ਸ਼ੁਰੂ ਤੋਂ ਆ ਰਿਹਾ ਜੀ ਇੱਕ। ਹਾਂ ਡੂਅਲ ਕਲੱਚ, ਹਾਂ ਡਬਲ ਕਲੱਚ ਦੇ ਵਿੱਚ ਲੱਗ ਹੁੰਦਾ ਜੀ ਕਲੱਚ, ਡਬਲ ਕਲੱਚ ਦੇ ਵਿੱਚ ਆਪਾਂ ਨੂੰ ਲੱਗ ਤੋਂ ਕਲੱਚ ਦਿੱਤਾ ਹੋਊਗਾ ਸਾਈਡ ਤੇ, ਪਰ ਇਹਦਾ ਆਪਣਾ ਇੱਕ ਪੈਰ ਤੇ ਕੰਮ ਸਾਰਿਆ ਹੋਇਆ ਜੀ। ਵੀ ਕਹਿਣ ਦਾ ਭਾਵ ਪੈਰ ਪਰੇ ਤੁਸੀਂ ਆਪਣਾ ਬਾਰ-ਬਾਰ ਇੱਧਰੋਂ ਦੇਖਣ ਦੀ ਲੋੜ ਨਹੀਂ ਹੈ, ਉਰੇ ਤੁਸੀਂ ਕਲੱਚ ਦੱਬੋ, ਅੱਗੇ ਜਾ ਕੇ ਤੁਹਾਡਾ PTO ਕੰਮ ਕਰੂਗੀ। ਹਾਂਜੀ, ਮਤਲਬ ਇੱਥੋਂ ਹੀ PTO ਦਾ ਗੇਅਰ ਪੈਣਾ ਜੀ, ਇੱਥੋਂ ਹੀ। ਹਾਂ, ਇੱਥੋਂ ਹੀ ਆਪਣੇ PTO ਦੇ ਕੋਲ ਇੱਕ ਆਹ ਦਿੱਤਾ ਹੋਇਆ ਜੀ ਅਨਲੌਕ ਕਰਨ ਵਾਲਾ ਜੀ। ਇੱਥੇ ਤੋਂ ਆਪਾਂ ਜਿਹਨੂੰ ਆਪਾਂ ਕਰ ਦਿਆਂਗੇ ਤਾਂ ਇਹ ਸਿੰਗਲ ਕੰਮ ਕਰੂੰਗਾ, ਇੱਥੇ ਜਾ ਕੇ ਆਪਾਂ ਇਹ ਡਬਲ ਕੰਮ ਕਰੂੰਗਾ ਡਿਓ। ਠੀਕ ਹੈ। ਹਾਂਜੀ ਹਾਂਜੀ। ਇੱਕ ਜੇ ਆਪਾਂ ਹੋਰ ਗੱਲ ਕਰੀਏ ਵੀ ਇਹਦੇ ਟਰੈਕਟਰ ਦੇ ਵਿੱਚ ਜਿਵੇਂ ਆਪਣਾ ਲਿਫਟ ਟਾਪੇ ਦੇ ਵਿੱਚ ਤੇਲ ਹੁੰਦਾ ਜੀ, ਹਾਂਜੀ, ਉਹ ਕਿੰਨਾ ਤੇਲ ਪੈ ਜਾਂਦਾ ਜੀ ਵਿੱਚ ਇਹਦੇ ਪੈ ਜਾਂਦਾ ਜੀ 38 ਜੀ। ਠੀਕ ਹੈ। 38 ਲੀਟਰ ਦੀ ਕਪੈਸਿਟੀ ਇਹਦੀ, ਜਿਹਦੇ ਵਿੱਚ ਤੁਹਾਡਾ ਗੇਅਰ ਬਕਸ ਦਾ ਤੇਲ ਹੋ ਜਾਣਾ ਜੀ, ਠੀਕ ਹੈ, ਲਿਫਟ ਦਾ ਤੇਲ ਹੋ ਜਾਣਾ ਜੀ, ਠੀਕ ਹੈ ਜੀ, ਤੇ ਡਿਸਟਰੀਬਿਊਟਰ ਦਾ ਤੇਲ ਹੋ ਜਾਣਾ ਜੀ। ਡਿਸਟਰੀਬਿਊਟਰ ਦੀ ਸਪਲਾਈ ਪਿੱਛੇ ਦਿੱਤੀ ਹੋਈ ਹੈ, ਇੱਕ ਸਭ ਤੋਂ ਬੜਾ ਵਧੀਆ, ਬਹੁਤ ਵਧੀਆ ਕੰਮ ਕੀਤਾ ਹੋਇਆ ਡਿਸਟਰੀਬਿਊਟਰ ਦਾ। ਤੁਸੀਂ ਆ ਜਾਓ ਮਾੜਾ ਤੁਹਾਨੂੰ ਦਿਖਾ ਦਈਏ। ਡਿਸਟਰੀਬਿਊਟਰ ਦੀ ਸਪਲਾਈ ਵਾਸਤੇ ਜਿਵੇਂ ਅੱਜ ਕੱਲ੍ਹ ਪੰਪ ਤਾਂ ਲਾ ਦਿੰਦੇ ਨੇ, ਸਭ ਕੁਝ ਲੱਗ ਜਾਂਦਾ, ਪਰ ਸਭ ਤੋਂ ਕਿਹੜੀ ਹੁੰਦੀ ਹੈ ਸੇਫਟੀ ਚੀਜ਼ ਦੀ। ਦੇਖੋ ਜੀ, ਲਾਈਫ ਹੁੰਦੀ ਆ ਚੀਜ਼ ਦੀ, ਉਹਦੇ ਕਰਕੇ ਸਭ ਤੋਂ ਵਧੀਆ ਬਹੁਤ ਵਧੀਆ ਕੰਮ ਦਿੱਤਾ ਹੋਇਆ ਵੀ ਡਬਲ ਫਿਲਟਰ ਲੱਗੇ ਹੋਏ ਨੇ। ਤੇਲ ਜਦੋਂ ਡਿਸਟਰੀਬਿਊਟਰ 'ਚ ਨੂੰ ਜਾਣਾ ਉਸ ਟਾਈਮ ਵੀ ਉਹਦੇ ਵਿੱਚ ਫਿਲਟਰ ਲੱਗਿਆ ਹੋਇਆ, ਜਦੋਂ ਵਾਪਸ ਆਉਣਾ ਗਿਰਨਾ ਵਿੱਚ ਤੇਲ ਦੁਬਾਰਾ, ਕੋਈ ਵੀ ਤਰ੍ਹਾਂ ਦੀ ਆਪਾਂ ਟਰਾਲੀ ਲਾਈ ਹੋਈ ਆ, ਜਦ ਵੀ ਸਾਫ਼ ਹੋ ਕੇ ਜਾਣਾ ਵਿੱਚ। ਕਹਿਣਾ ਭਾਵੇਂ ਵੀ ਟਰੈਕਟਰ ਦੇ ਵਿੱਚ ਆਪਾਂ ਜਦੋਂ ਕਚਰਾ ਹੁੰਦਾ, ਹਾਂ ਕਚਰਾ ਹੁੰਦਾ, ਫਿਲਟਰ ਦੇ ਕਰਕੇ ਡਬਲ ਫਿਲਟਰ ਲੱਗੇ ਹੋਏ ਨੇ, ਪੰਪ ਟ੍ਰਿਪਲ ਲੱਗੇ ਹੋਏ ਨੇ ਜੀ। ਤੇ ਮਤਲਬ ਕਹਿਣ ਦਾ ਭਾਵ ਕਿਸੇ ਚੀਜ਼ ਪਰ ਉਹ ਨਹੀਂ ਕੀਤਾ ਹੋਇਆ ਵੀ ਆਪਾਂ ਨੇ ਸਾਰਿਆ ਹੋਵੇ ਦੂਜੀ ਤਰ੍ਹਾਂ ਕੰਮ। ਵੀ ਬੜਾ ਜਿਵੇਂ ਆਪਾਂ ਦੇਖਦੇ ਆਪਾਂ ਲਿਫਟਾਂ ਦੀ ਟਰਾਲੀ ਪਾਲਨੇ ਆ, ਹਾਂਜੀ, ਤੁਹਾਨੂੰ ਪਤਾ ਉਹਨਾਂ ਵਿੱਚ ਤੇਲ ਖਰਾਬ ਹੁੰਦਾ ਏ, ਹਾਂਜੀ, ਉਹ ਫਿਲਟਰ ਸਾਫ਼ ਕਰਕੇ ਟਰੈਕਟਰ ਦੇ ਵਿੱਚ। ਹਾਂ, ਬਸ ਜਦੋਂ ਲੋਡ ਪੈਂਦੀ ਆ ਆਪਣੇ 1000 ਘੰਟੇ ਤੇ ਆ ਫਿਲਟਰ ਚੇਂਜ ਕਰਨੇ ਪੈਂਦੇ ਨੇ, ਉਹ ਵੀ ਜੇ ਤੁਸੀਂ ਕੰਮ ਲੈ ਰਹੇ ਹੋ ਤਾਂ ਚੇਂਜ ਕਰਨ ਦੀ ਲੋੜ ਆ, ਅਦਰਵਾਈਜ਼ ਆ ਫਿਲਟਰ ਨੂੰ ਚੇਂਜ ਕਰਨ ਦੀ ਲੋੜ ਨਹੀਂ। ਹੋਰ ਕਹਿੰਦੇ ਜੀ ਹੁਣ ਤੇ ਆਪਾਂ ਟਰੈਕਟਰ ਦੇ ਟਰਬੋ ਲੱਗੀ ਹੋਈ ਹੈ, ਹਾਂਜੀ, ਇਹ ਕਿੰਨੇ ਨੰਬਰ ਟਰਬੋ ਹੈ ਤੁਹਾਨੂੰ ਪਤਾ ਕੋਈ ਹੈ ਲੱਗੇ ਜੀ? ਟਰਬੋ ਜੀ ਇਹ ਕੰਪਨੀ ਵੱਲੋਂ ਇੱਕ ਰੇਸ਼ੋ ਬੰਨੀ ਹੁੰਦੀ ਆ, ਹੌਲ ਸੈੱਟ ਦੀ ਟਰਬੋ ਆਉਂਦੀ ਹੈ ਜਿਹਨੂੰ ਲੱਗੀ ਹੋਈ, ਤੇ ਇਹ ਟਰਬੋ ਦੀ ਵੀ ਰੇਸ਼ੋ ਬੰਨੀ ਹੁੰਦੀ ਹੈ, ਵੈਸੇ ਤਾਂ 20 ਨੰਬਰ ਆਉਂਦੀ ਹੈ ਜੀ, ਬਾਕੀ ਫਿਰ ਕੰਪਨੀ ਨੇ ਉਸ ਹਿਸਾਬ ਵਾਲੇ ਦੇ ਇੰਜਣ ਦੇ ਹਿਸਾਬ ਵਾਲੇ ਦੇ ਚੱਕਰ ਬੰਨੇ ਹੁੰਦੇ ਨੇ। 20 ਨੰਬਰਾਂ 'ਚ ਇਹ ਆਪਣੀ ਟਰਬੋ ਕੰਮ ਕਰਦੀ ਹੈ ਜੀ। ਠੀਕ ਹੈ। ਬਾਕੀ ਇੱਕ ਵਾਰੀ ਮਤਲਬ ਹੁਣ ਆਪਣੇ ਸਭ ਤੋਂ ਵੱਧ ਤੁਹਾਨੂੰ ਪਤਾ ਜੀ ਜਿਹੜੀ ਦਿੱਕਤ ਕਿਸਾਨਾਂ ਨੂੰ ਆ ਰਹੀ ਹੈ, ਹਾਂਜੀ, ਜਿਵੇਂ ਟਰੈਕਟਰ ਸੁਪਰ ਸੀਡਰ 'ਤੇ ਚੱਲਦੇ ਨੇ, ਹਾਂਜੀ, ਉਹ ਚਾਹੁੰਦੇ ਨੇ ਵੀ ਤੋਰਾ ਟਰੈਕਟਰ ਦਾ ਘੱਟ ਤੋਂ ਘੱਟ ਹੋਵੇ, ਜਿਹੜਾ ਟਰੈਕਟਰ ਦਾ ਘੱਟ ਤੋਂ ਘੱਟ ਤੋਰਾ ਜੀ, ਉਹਦੇ ਬਾਰੇ ਹੈ ਕੋਈ ਜਾਣਕਾਰੀ ਵੀ ਕਿੰਨਾ? ਹਾਂਜੀ ਹਾਂਜੀ, ਮੈਂ ਉਹਦੇ ਬਾਰੇ ਤੁਹਾਨੂੰ ਦੱਸ ਦਿੰਦਾ ਜੀ ਜਾਣਕਾਰੀ। ਕਿਹੜਾ ਇਹਦਾ ਤੋਰਾ ਹੀ ਲਾਸਟ ਮਿਨੀਮਮ ਤੋਰਾ ਆਪਣਾ 1.8 ਹੈ ਜੀ। ਠੀਕ ਹੈ, ਠੀਕ, 1.8 ਜੀ। ਅਤੇ ਕਿਹੜਾ ਤੋਰਾ ਜੀ ਇਹਦਾ ਲਾਸਟ ਆਪਣਾ ਆਪਾਂ ਨੂੰ ਸਭ ਤੋਂ ਘੱਟ ਤੋਰਾ ਇਹ ਮੇਨ ਮੇਜਰ ਕੰਮ ਕਰਦਾ ਹੁੰਦਾ ਜੀ, ਜਿਹੜੀ PTO ਨਾ ਤੁਹਾਡੀ, ਜੇ ਤੁਹਾਡੇ ਕੋਲ ਪਾਵਰ ਆ ਮਗਰ PTO ਦੇ ਵਿੱਚ, ਤੇ ਤੋਰਾ ਤੁਸੀਂ ਬੜਾ ਗੇਅਰ ਲਾ ਕੇ ਵੀ ਥੋੜਾ ਚੱਲ ਸਕਦੇ ਹੋ। ਜੇ ਤੁਹਾਡਾ ਟਰੈਕਟਰ ਦਬ ਰਿਹਾ ਪਰ ਤੁਹਾਨੂੰ ਲੋ ਤੋਂ ਲੋ ਗੇਅਰ ਲਾਉਣਾ ਪੈਣਾ। ਗੇਅਰ ਦੀ ਦੇਖੋ ਲੋ ਹਾਈ ਕਰਨ ਦਾ ਆਹੀ ਮਤਲਬ ਹੁੰਦਾ ਵੀ ਆਪਾਂ ਨੇ ਜਦੋਂ ਚੀਜ਼ ਦਬ ਰਹੀ ਹੈ ਤਾਂ ਲੋ ਲਾ ਲਓ, ਜੇ ਨਹੀਂ ਦਬ ਰਹੀ ਤਾਂ ਹਾਈ ਲਾ ਲਓ। ਜੇ ਤੁਹਾਡੇ ਕੋਲ ਪਾਵਰ ਬੜੀ ਆ ਜੀ, ਹੁਣ ਮੈਂ 58 HP ਦੀ ਗੱਲ ਕਰ ਰਿਹਾ, ਕੋਈ ਨਹੀਂ ਤੁਹਾਨੂੰ ਕਹੂੰਗਾ ਵੀ ਤੁਸੀਂ 58 HP ਮਗਰ 8 ਫੁੱਟਾ ਸੁਪਰ ਸੀਡਰ ਚਲਾਓ। ਹਰੇਕ ਕੋਈ ਕਹਿੰਦਾ 55-58 HP ਦੇ ਮਗਰ ਤੁਸੀਂ 7 ਫੁੱਟਾ ਸੁਪਰ ਸੀਡਰ ਚਲਾਓ। ਠੀਕ ਹੈ ਜੀ, ਮੈਂ 8 ਫੁੱਟੇ ਸੁਪਰ ਸੀਡਰ ਦੀ ਗੱਲ ਕਰਦਾ ਵੀ ਜੇ ਕਿਸੇ ਨੇ ਮਤਲਬ ਕੋਈ ਇੱਛਾ ਹੁੰਦੀ ਹੈ ਚਲਾਉਣ ਦੀ ਜਾਂ ਆਪਣੇ ਚੱਲਦੇ ਨੇ ਤਾਂ 8 ਫੁੱਟਾ ਸੁਪਰ ਸੀਡਰ ਆਪਣੇ ਲੋਕਲ ਚੱਲ ਰਹੇ ਨੇ। ਆਪਾਂ ਉਸ ਟਾਈਮ ਦੇਖਣਾ ਹੋਵੇ ਤਾਂ ਆਪਾਂ ਉਸ ਟਾਈਮ ਦਿਖਾ ਸਕਦੇ ਹਾਂ।
ਪੀਟੀਓ ਪਾਵਰ ਵੱਧ ਹੋਣ ਕਰਕੇ ਜੇ ਪੀਟੀਓ ਪਰ ਵੱਧ ਹੋਊਗੀ ਤਾਂ ਆਪਾਂ ਗੇਅਰ ਵੀ ਬੜਾ ਪਾ ਸਕਦੇ ਹਾਂ। ਠੀਕ ਹੈ ਠੀਕ ਹੈ ਜੀ, ਇੰਪਲ ਵੀ ਬੜਾ ਪਾ ਸਕਦੇ ਹਾਂ। ਤਾਂ ਪੀਟੀਓ ਪਾਵਰ ਮੈਂ ਤਾਂ ਕਿਸਾਨ ਭਾਈਆਂ ਨੂੰ ਜਾਂ ਜੋ ਵੀ ਚਾਹਵਾਨ ਹੁੰਦੇ ਨੇ ਟਰੈਕਟਰ ਦੀ ਖੇਤੀ ਕਰਦੇ ਨੇ ਜਾਂ ਸਟਾਰਟਿੰਗ ਕਰਦੇ ਨੇ ਜਾਂ ਕਰਦੇ ਹੁੰਦੇ ਨੇ, ਉਹਨਾਂ ਲਈ ਇੱਕ ਹੀ ਗੱਲ ਕਹੂੰਗਾ ਵੀ ਜਦ ਵੀ ਟਰੈਕਟਰ ਲੈਣਾ ਹੈ ਤਾਂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੰਜਣ ਦੇ ਨਾਲ ਪੀਟੀਓ ਪਾਵਰ ਅੱਜ ਕੱਲ੍ਹ ਬਹੁਤ ਜ਼ਰੂਰੀ ਆ, ਉਹ ਚੈੱਕ ਕਰਕੇ ਲਓ। ਮੈਨੂੰ ਕਹਿਣਾ ਪਰ ਇਹੀ ਹੁੰਦਾ ਵੀ ਜੇ ਆਪਣਾ ਟਰੈਕਟਰ ਦੀ ਪੀਟੀਓ ਪਾਵਰ ਵਧੀਆ ਹੋਊਗੀ ਤਾਂ ਟਰੈਕਟਰ ਆਪਣਾ ਸੰਦ ਵੀ ਬੜਾ ਖਿੱਚੂਗਾ, ਸੰਦ ਵੀ ਬੜਾ ਖਿੱਚੂਗਾ, ਟਾਈਮ ਦੀ ਅੰਡਰ ਲੋਡ ਵੀ ਚੱਲੂਗਾ, ਟਾਈਮ ਦੀ ਹਾਂ ਜੀ ਅੰਡਰ ਲੋਡ ਵੀ ਚੱਲੂਗਾ, ਟਾਈਮ ਦੀ ਬੱਚਤ ਹੋਊਗੀ, ਖਰਚਾ ਘੱਟ ਹੋਊਗਾ ਜੀ। ਸਹੀ ਗੱਲ। ਇਹ ਗੱਲ ਆ ਚਾਰੇ ਇੱਕੋ ਚੀਜ਼ 'ਤੇ ਡਿਪੈਂਡ ਕਰਦੀ ਹੈ, ਪਾਵਰ ਪਰ। ਪਾਵਰ ਵੱਧ ਹੋਊਗੀ ਤਾਂ ਸਾਰੀ ਚੀਜ਼ਾਂ ਘੱਟ ਜਾਣੀਆਂ ਆਟੋਮੈਟਿਕਲੀ। ਸਹੀ ਗੱਲ ਹੈ ਜੀ। ਅੰਡਰ ਲੋਡ ਹੋ ਕੇ ਚੱਲੂਗਾ। ਦੇਖੋ ਜੀ ਮੈਸੀ ਦਾ ਇੱਕ ਸ਼ੁਰੂ ਤੋਂ ਹੀ ਕੰਮ ਰਿਹਾ ਵੀ ਖਰਚਾ ਘਟਾ ਕੇ ਚੱਲਣਾ ਜੀ। ਬਟ ਜਿੰਨਾ ਬੜਾ ਨਾ ਟਰੈਕਟਰ ਦਿੱਤਾ ਸਾਡੇ ਕੋਲ ਜਿਹੜੇ 90 HP ਤੱਕ ਟਰੈਕਟਰ ਖੜੇ ਨੇ ਇਸ ਵਕਤ, ਅਤੇ 26-35 ਪਰਲੀ ਸਾਈਡ ਖੜਾ ਜਿਹੜਾ 75 HP 'ਚ ਆਉਂਦਾ, ਉਹਨਾਂ ਦਾ ਵੀ ਖਰਚਾ ਉਹਨੇ 10 ਲੀਟਰ ਤੋਂ ਉੱਪਰ ਨਹੀਂ ਜਾਣ ਦਿੱਤਾ ਪਰ ਘੰਟਾ। ਅਤੇ ਆਹ ਟਰੈਕਟਰ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ, 7 ਲੀਟਰ ਤੁਹਾਨੂੰ ਮੈਂ ਵੱਧ ਕਹਿ ਰਿਹਾ ਤੇਲ। ਜਿਹੜੀ ਅਸੀਂ ਨੇ ਆਪ ਕੱਢੀ ਹੋਈ ਇਹਦੀ ਐਵਰੇਜ 6.25 ਲੀਟਰ ਕੱਢੀ ਹੋਈ ਆ ਫੁੱਲ ਲਾਣ ਦੇ। ਜਿਵੇਂ ਮੰਨ ਲਓ ਵੀ ਇੱਧਰ ਸਾਈਡ ਕਮੈਂਡ ਚੱਲ ਰਹੀ ਹੈ ਅਤੇ ਇੱਧਰ ਆਪਾਂ ਨੇ ਸੁਪਰ ਸੀਡਰ ਲੈ ਕੇ ਖੇਤ 'ਚ ਵੜ ਗਏ। ਠੀਕ ਹੈ ਜੇ ਤੁਹਾਨੂੰ ਮੈਂ ਦਿਖਾਊਂਗਾ, ਤੁਹਾਨੂੰ ਮੈਂ ਵੀਡੀਓ ਵੀ ਦੇ ਸਕਦਾ ਜਿਹੜੀ ਤੁਹਾਨੂੰ ਚਾਹੀਦੀ ਹੋਈ ਹੈ, ਜਿਹਦੇ ਵਿੱਚ ਤੁਸੀਂ ਮੈਂਸ਼ਨ ਕਰਨੀਆਂ ਹੋਈ ਆ ਦਿਖਾ ਸਕਦੇ ਹਾਂ, ਜਾਂ ਟਰੈਕਟਰ ਚੱਲਦਾ ਦਿਖਾ ਸਕਦੇ ਹਾਂ, ਜਿਹਦੇ ਵਿੱਚ ਇਹ ਟਰੈਕਟਰ ਆਪਣਾ 6.25 ਮਤਲਬ 6 ਤੋਂ ਮੈਂ 6.25 ਤੁਹਾਨੂੰ ਅਸੀਂ ਆਪ ਕੱਢੀ ਹੋਈ ਟੋਲਰੈਂਸ ਇਹਦੀ ਟਰੈਕਟਰ ਦੀ। ਮੈਂ ਤੁਹਾਨੂੰ ਫਿਰ ਵੀ ਅੱਧਾ ਲੀਟਰ ਵੱਧ ਕਿਹਾ 7 ਲੀਟਰ ਤਾਂ ਕਰਕੇ ਵੀ ਕਈ ਵਾਰੀ ਬੰਦਾ ਐ ਹੁੰਦਾ ਵੀ ਤੁਸੀਂ ਜੇ ਆਪਣੇ ਕਈ ਨਵੀਂ ਚੀਜ਼ ਆ ਦੇਖੋ ਜੀ ਜਿਹੜੀ 2 ਘੰਟੇ 200 ਘੰਟੇ ਚੱਲ ਜਾਂਦੀ ਹੈ, ਥੋੜ੍ਹਾ ਜਿਹਾ ਫਰਕ ਪੈ ਜਾਂਦਾ ਹੁੰਦਾ। ਪਰ ਮੈਂ ਤੁਹਾਨੂੰ 7 ਲੀਟਰ ਫਿਰ ਵੀ ਕਿਹਾ, ਫਿਰ ਵੀ ਕਿਉਂਕਿ ਇਹਦੇ ਮੁਕਾਬਲੇ ਕੋਈ ਵੀ ਤੁਹਾਨੂੰ ਐ ਨਹੀਂ ਕਹੂੰਗਾ ਵੀ 7 ਲੀਟਰ ਖਾਂਦਾ ਵੀ ਘੰਟੇ ਮਗਰ। ਹਾਂਜੀ ਜਿਵੇਂ ਆਪਾਂ ਓਵਰਆਲ ਜੇ ਆਪਾਂ ਕਹਿਣ ਦੀ ਗੱਲ ਕਰੀਏ ਵੀ ਟਰੈਕਟਰ ਆਪਾਂ ਨੂੰ ਜਿਵੇਂ ਅੱਜ ਕੱਲ੍ਹ ਆਪਾਂ ਕਿਰਾਏ ਦਾ ਕੰਮ ਕਰਦੇ ਹਾਂ, ਹਾਂਜੀ ਵੀ ਤਾਂ ਟਰੈਕਟਰ ਕਿਸਾਨ ਦੇ ਹੱਕ ਦੇ ਵਿੱਚ ਸੋਚ ਕੇ ਟਰੈਕਟਰ ਕੰਪਨੀ ਨੇ ਬਣਾਇਆ। ਮੈਂ ਕਹਿੰਦੀ 100% ਜਿਸ ਤਰ੍ਹਾਂ ਦਾ ਕੰਮ ਲੈਣਾ ਹੋਵੇ, ਜਿਸ ਤਰ੍ਹਾਂ ਦੇ ਆਪਾਂ ਨੇ ਤੁਹਾਨੂੰ ਮੈਂ ਦੱਸੀ ਆਪਣੇ ਕਿਰਾਏ ਵਾਸਤੇ ਦੇਖੋ ਸਪੈਸ਼ਲ ਆਪਾਂ ਨੇ ਲੱਗੇ ਹੋਏ ਨੇ ਆਪਣੇ ਜਿਹੜੇ ਕਿਰਾਏ ਦੇ ਅੰਦਰ ਆਪਾਂ ਇਸ ਤਰ੍ਹਾਂ ਲੋਡਰ ਲਵਾ ਕੇ ਵੀ ਦੇ ਲੈ ਸਕਦੇ ਹਾਂ, ਬਿਨਾਂ ਲੋਡਰ ਤੋਂ ਵੀ ਲੈ ਸਕਦੇ ਹਾਂ। ਕਿਸ ਤਰ੍ਹਾਂ ਵੀ 9500 ਹੀ ਨਹੀਂ ਇਹ, ਜਿਸ ਤਰ੍ਹਾਂ ਇਹ ਕਿਰਾਏ ਪਰ ਚੱਲਦੇ ਨੇ ਉਸ ਤਰ੍ਹਾਂ ਦੇ ਇੰਪਲੀਮੈਂਟ ਵੀ ਆਉਂਦੇ ਨੇ ਜੀ ਆਪਣੀ। ਕਿਰਾਏ ਪਰ ਚੱਲਣ ਵਾਸਤੇ ਤਾਂ ਮੈਂ ਇਸ ਚੀਜ਼ ਦਾ ਸ਼ੁਰੂ ਤੋਂ ਹੀ ਵਿਸ਼ਵਾਸ ਰਿਹਾ ਲੋਕਾਂ ਦਾ ਵੀ ਦੇਖੋ ਇੱਕ ਤਾਂ ਹੁੰਦੀ ਹੈ ਨਵੀਂ ਕੰਪਨੀ ਨਵੀਂ ਚੀਜ਼ ਹੈ ਜੀ ਆਪਾਂ ਜਿਹੜੀ ਅੱਜ ਕੱਲ੍ਹ ਦੇਖ ਰਹੇ ਹਾਂ, ਜਿਹਦੇ ਬਾਰੇ ਆਪਾਂ ਨੂੰ ਪਤਾ ਕਰਨਾ ਪੈਂਦਾ ਵੀ ਇਹਦੀ ਟੁੱਟ ਭੱਜ ਕਿੰਨੀ ਗਾ। ਮੈਸੀ ਦਾ ਸਭ ਨੂੰ ਪਤਾ ਹੈ ਵੀ ਇਹਦੀ ਟੁੱਟ ਭੱਜ ਜੇ ਲਿੰਕ ਜਿਹੇ ਜੀ ਵੀ ਇੰਪਲੀਮੈਂਟ ਪਾਇਆ ਵੀ ਮੈਸੀ ਦੀ ਇੰਜਣ ਆ ਜਾਂ ਕੁਛ ਵੀ ਆ ਖੁੱਲ੍ਹਣ ਦੀ ਕਿਹੜੇ ਖੁੱਲ੍ਹਦੇ ਨੇ, ਮਤਲਬ ਕਹਿਣ ਦਾ ਭਾਵ ਵੀ 5 ਸਾਲ ਬਾਅਦ ਜਾਂ ਕੋਈ ਟਰੈਕਟਰ ਮੈਂ ਸਭ ਨੂੰ ਪਤਾ ਵੀ 5 ਸਾਲ 10 ਸਾਲ ਬਾਅਦ ਇੰਜਣ ਦਾ ਰਿੰਗ ਮੰਗਣ ਲੱਗ ਜਾਂਦੇ ਨੇ। ਪਰ ਸਿੰਪਸਨ ਦੇ ਇੰਜਣ ਸ਼ੁਰੂ ਤੋਂ ਇਹਨਾਂ ਦੇ ਵਿੱਚ ਆਉਂਦੇ ਨੇ 15 20 ਸਾਲ ਨਹੀਂ ਖੁੱਲ੍ਹਦੇ ਜੀ। ਕਹਿਣ ਦਾ ਭਾਵ ਆ ਵੀ ਕੁਆਲਿਟੀ ਆ ਜਿਹੜੀ ਮੈਸੀ ਦੇਖੋ ਜੀ ਇੰਪੋਰਟ ਕੰਪਨੀ ਆ ਜੀ ਬਾਹਰੋਂ, ਕੁਆਲਿਟੀ ਦਾ ਉਹਨਾਂ ਦਾ ਪਹਿਲਾ ਫਰਜ਼ ਹੁੰਦਾ ਜੀ ਮਹੱਤਵ। ਜਦੋਂ ਵੀ ਕੋਈ ਕੁਆਲਿਟੀ ਦਿੰਦਾ ਤਾਂ ਬਾਹਰਲੀ ਕੰਪਨੀ ਆਪਣੇ ਜਦੋਂ ਆ ਕੇ ਪਲਾਂਟ ਲਾਉਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਕੁਆਲਿਟੀ ਦੇਖਦੀ ਆ। ਠੀਕ ਹੈ ਜੀ। ਅਤੇ ਕੁਆਲਿਟੀ ਦੇ ਮਹੱਤਵ ਦੇ ਵਿੱਚ ਮੈਸੀ ਦਾ ਇੱਕ ਨੰਬਰ ਰਿਹਾ ਵੀ ਟੁੱਟ ਭੱਜ ਦੇ ਵਿੱਚ ਆ। ਤੁਸੀਂ ਸਭ ਤੋਂ ਘੱਟ ਵੀਡੀਓ ਦੇਖੀ ਹੋਊਗੀ ਜਿਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਮੈਸੀ ਦਾ ਯਾਰ ਟੁੱਟਿਆ ਖੜਾ ਜਾਂ ਟੁੱਟਿਆ ਖੜਾ। ਕਹਿਣ ਦਾ ਭਾਵ ਕੁਆਲਿਟੀ ਇੱਕ ਨੰਬਰ ਦਿੰਦੇ ਨੇ ਵੀ ਚੀਜ਼ ਟੁੱਟੀ ਤੁਹਾਨੂੰ ਐ ਨਹੀਂ ਮਿਲੂਗਾ ਵੀ ਸਾਡੀ ਚੀਜ਼ ਆਹ ਟੁੱਟ ਗਈ ਜੀ ਮੈਸੀ ਦਾ ਜਾਂਦੇ ਦਾ ਟੁੱਟ ਗਿਆ ਟੁੱਟ ਗਿਆ। ਹਾਂਜੀ ਉਹਦੇ ਲਈ ਅਸੀਂ 8 ਫੁੱਟ ਸੁਪਰ ਸੀਡਰ ਦੀ ਜਿਹੜੀ ਕਪੈਸਿਟੀ ਵੀ ਹੈ ਨਾ ਚੱਕਣ ਦੀ ਹੁਣ 13.25 ਕੁਇੰਟਲ ਦਾ ਆਉਂਦਾ ਜੀ। ਸ਼ਕਤੀਮਾਨ ਦੀ ਲਾ ਲਓ ਸਭ ਤੋਂ ਹੈਵੀ ਆਉਂਦਾ ਜੀ ਇੰਪਲੀਮੈਂਟ ਜਿਹੜਾ ਸੁਪਰ ਸੀਡਰ ਆ। ਜਦੋਂ ਉਹਨੂੰ ਆਪਾਂ ਚੱਕਦੇ ਹਾਂ ਤਾਂ ਲਿਫਟ ਕਪੈਸਿਟੀ ਆਹ ਟਰੈਕਟਰ ਮਗਰ ਚੱਕਣ ਨੂੰ ਅਸੀਂ ਲਿਫਟ ਦੇ ਵਿੱਚ ਕਹਿਣ ਦਾ ਭਾਵ ਤੁਸੀਂ ਸਾਡਾ 40 ਜਾਂ 30 ਪਾਵਰ ਦਾ ਟਰੈਕਟਰ ਲੈ ਰਹੇ ਹੋ, ਉਹ 'ਚ ਪੰਪ ਇੱਕੋ ਹੀ ਰਹਿਣਾ ਸਾਡਾ। ਉਹ ਟਾਪੇ ਦੇ ਅੰਦਰ ਆਉਂਦਾ ਜੀ ਤੀਜਾ ਪੰਪ। ਪਹਿਲਾ ਲਾ ਲਓ ਜਾਂ ਤੀਜਾ ਲਾ ਲਓ ਵੀ ਉਹ ਪੰਪ ਇੱਕੇ ਪੰਪ ਆ ਜਿਹੜਾ ਮੇਨ ਪੰਪ ਸ਼ੁਰੂ ਤੋਂ ਆ ਰਿਹਾ ਅੰਦਰ ਆ ਰਿਹਾ ਅਤੇ ਬਾਕੀ ਦੇ 2 ਪੰਪ ਬਾਹਰ ਲੱਗੇ ਹੋਏ ਨੇ। ਹਾਂਜੀ ਉਹ ਪੰਪ ਲਿਫਟ ਦਾ ਸ਼ੁਰੂ ਤੋਂ ਜਦੋਂ 1969 ਦੇ ਵਿੱਚ ਕੰਪਨੀ ਇੰਡੀਆ ਦੇ ਵਿੱਚ ਆਈ ਦੀ, ਜਦੋਂ ਦਾ ਉਹ ਪੰਪ ਵਿੱਚ ਆ ਰਿਹਾ ਅਤੇ ਉਹ ਪੰਪ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਮਤਲਬ 40 HP ਤੋਂ ਲੈ ਕੇ 75 HP ਤੱਕ ਤੁਸੀਂ ਉਹ ਪੰਪ ਇੱਕੋ ਹੀ ਤਰ੍ਹਾਂ ਦਾ ਕਿਹੋ ਜਿਹਾ ਮਰਜ਼ੀ ਇੰਪਲੀਮੈਂਟ ਚਕਾ ਸਕਦੇ ਹੋ, ਰਖਾ ਸਕਦੇ ਹੋ। ਮੈਂ ਹੁਣ ਜੇ ਆਪਣਾ ਕੋਈ ਟਰੈਕਟਰ ਦਿੰਦਾ ਜੀ ਹਾਂ ਜੀ ਤਾਂ ਟਰੈਕਟਰ ਦੇ ਨਾਲ ਆਪਾਂ ਅਸੈਸਰੀ ਕੇ ਲੱਗ ਦਿੰਦੇ ਜੀ ਆਪਾਂ ਟਰੈਕਟਰ ਦੇ ਮੂਹਰੇ ਬੈਂਫਰ ਬੂਫਰ ਕੋਈ ਜਾਂ ਬੇਟ ਬੂਟ ਵਗੈਰਾ ਲੱਗ ਦਿੰਦੇ ਜੀ। ਹਾਂਜੀ ਟਰੈਕਟਰ ਦੇ ਵਿੱਚ ਦੇਖੋ ਜੀ ਨਾਲ ਉਹਦੇ ਬਾਰੇ ਦੱਸ ਦਈਏ ਜਿਹੜਾ ਆਪਣਾ ਨਾਲ ਦੇਣ ਦਾ ਉਹ ਹੁੰਦਾ ਟਰੈਕਟਰ ਦੇ ਵਿੱਚ ਇੱਕ ਟੂਲ ਕਿਟ ਆਉਂਦੀ ਹੈ ਜੀ। ਠੀਕ ਹੈ ਜੀ। ਇੱਕ ਟੌਪ ਲਿੰਕ ਹੁੰਦੀ ਹੈ ਜੀ। ਉਸ ਤੋਂ ਇਲਾਵਾ ਟਰੈਕਟਰ ਨਾਲ ਕੁਝ ਵੀ ਨਹੀਂ ਹੁੰਦਾ। ਬਾਕੀ ਜੋ ਵੀ ਹੁੰਦੀ ਆ ਵੀ ਐਂ ਹੁੰਦਾ ਵੀ ਆਪਣੇ ਵੱਲੋਂ ਜੇ ਡੀਲਰ ਸਾਹਿਬ ਜਿਵੇਂ ਦਾ ਕੋਈ ਕੰਪਨੀ ਦਾ ਬਜਟ ਸਕੀਮ ਹੋਵੇ ਉਸ ਤਹਿਤ ਆਪਾਂ ਬੰਦੇ ਨੂੰ ਆਪ ਕਹਿ ਦਈਦਾ ਬਈ ਤੁਸੀਂ ਆਪਣਾ ਲਵਾ ਸਕਦੇ ਹੋ ਜਾਂ ਵਿੱਚ ਆਪਾਂ ਕਰ ਸਕਦੇ ਹਾਂ। ਪਰ ਜੇ ਕਹਿਣ ਦੀ ਗੱਲ ਕਰੀਏ ਤਾਂ ਅਸੀਂ ਇੱਕ ਟੂਲ ਕਿੱਟ ਅਤੇ ਇੱਕ ਟੌਪ ਲਿੰਕ ਅਤੇ ਡਰਾਈਵਰ ਹੋ ਗਈ ਅਤੇ ਇੱਕ ਹੁੱਕ ਹੋ ਗਈ, ਉਹ ਅਸੀਂ ਆਪਣੀਆਂ ਵੱਲੋਂ ਪੱਕੀ ਦੇਵਾਂਗੇ। ਉਸ ਤੋਂ ਇਲਾਵਾ ਉਹਦੀ ਆਪ ਦੀ ਇੱਛਾ ਹੁੰਦੀ ਵੀ ਅਸੀਂ ਛਤਰੀ ਕਿਹੜੀ ਲਵਾਉਣੀ ਆ ਅਤੇ ਬੰਪਰ ਕਿਹੜਾ ਲਵਾਉਣਾ। ਜੇ ਕਿਸੇ ਮੇਰੇ ਵੀਰ ਨੂੰ ਟਰੈਕਟਰ ਲੈਣਾ ਹੋਵੇ
ਤਾਂ ਆਪਾਂ ਵੀਡੀਓ ਦੇ ਵਿੱਚ ਏਜੰਸੀ ਦਾ ਕਾਰਡ ਨੰਬਰ ਪਾ ਦਾਂਗੇ, ਤੁਸੀਂ ਕੰਟੈਕਟ ਕਰਕੇ ਆ ਕੇ ਟਰੈਕਟਰ ਤੁਸੀਂ ਹੁਣ ਦੇਖ ਕੇ ਲਿਜਾ ਸਕਦੇ ਹੋ। ਬਾਕੀ ਵੀਰ ਜੇ ਕਿਸੇ ਨੇ ਵੀ ਡੈਮੋ ਡੂਮੋ ਲੈਣੀ ਹੋਵੇ ਟਰੈਕਟਰ ਬਾਰੇ ਹਾਂਜੀ ਕੋਈ ਚੱਕਰ ਨਹੀਂ ਹੈ, ਜੇ ਕਿਸੇ ਨੇ ਚਲਾ ਕੇ ਦੇਖਣਾ ਮੇਰੇ ਭਾਈ ਵੀਰ ਭਾਈ ਨੇ ਤਾਂ ਉਹ ਅਸੀਂ ਉਹਨੂੰ ਲਿਜਾ ਕੇ ਸਪੈਸ਼ਲ ਜਿਹੋ ਜਿਹਾ ਕਹਿਣਗੇ, ਜਿਵੇਂ ਦਾ ਇੰਪਲੀਮੈਂਟ ਕਹਿਣਗੇ ਉਹ ਜਿਹਾ ਇੰਪਲੀਮੈਂਟ ਚਾਹੇ ਉਹ ਆਪਣਾ ਲੈ ਕੇ ਰੱਖ ਕੇ ਉਹਨਾਂ ਉੱਪਰ ਚਲਾ ਕੇ ਦਿਖਾ ਦਾਂਗੇ, ਅਸੀਂ ਟਰੈਕਟਰ ਲੈ ਜਾਵਾਂਗੇ, ਚਾਹੇ ਸਾਨੂੰ ਕਹਿਣ ਉਹ ਵੀ ਆਹ ਇੰਪਲੀਮੈਂਟ ਅਸੀਂ ਦੇਖਣਾ ਚਲਾ ਕੇ, ਠੀਕ ਹੈ। ਉਸ ਤਰ੍ਹਾਂ ਦਾ ਆਪਾਂ ਨੂੰ ਕੋਈ ਦੇਖੋ ਚੀਜ਼ ਦੇਖੋ ਆਪਾਂ ਨੇ ਦੇ ਰਹੇ ਹਾਂ, ਕੁਆਲਿਟੀ ਦੇ ਰਹੇ ਹਾਂ, ਜੋ ਚੀਜ਼ ਦੇ ਰਹੇ ਹਾਂ ਆਪਾਂ ਉਹਨੂੰ ਚਲਾਉਣ ਸਾਨੂੰ ਕੋਈ ਉਹ ਦਿੱਕਤ ਨਹੀਂ ਹੈ। ਚਾਹੇ ਜੋ ਚੀਜ਼ ਕਹਿਣਗੇ, ਜੋ ਚੀਜ਼ਾਂ ਅਸੀਂ ਨੇ ਕਹੀ ਹੈ ਉਸ ਤੋਂ ਅਸੀਂ ਬਾਹਰ ਨਹੀਂ ਜਾਂਦੇ, ਜੋ ਚੀਜ਼ਾਂ ਅਸੀਂ ਚਲਾ ਸਕਦੇ ਹਾਂ ਉਹ ਅਸੀਂ ਚਲਾ ਕੇ ਦਿਖਾਵਾਂਗੇ। ਹਾਂਜੀ ਹਾਂਜੀ ਕਿਸਾਨ ਵੀਰੋ, ਜੇ ਕਿਸੇ ਮੇਰੇ ਵੀ ਟਰੈਕਟਰ ਲੈਣਾ ਹੋਵੇ ਤਾਂ ਆਪਾਂ ਨੂੰ ਏਜੰਸੀ ਵੱਲੋਂ ਡੈਮੋ ਵੀ ਦਿੱਤੀ ਜਾਊਗੀ। ਬਾਕੀ ਜੇਕਰ ਕਿਸੇ ਮੇਰੇ ਵੀ ਨੇ ਟਰੈਕਟਰ ਲੈਣਾ ਹੋਵੇ ਉਹ ਏਜੰਸੀ ਤੋਂ ਤਾਂ ਆਪਾਂ ਤੁਹਾਨੂੰ ਜਿਹੜਾ ਆਪਣਾ ਮੇਨ ਹਾਈਵੇ ਪੈ ਜਾਂਦਾ ਏ, ਆਪਣਾ ਅੰਮ੍ਰਿਤਸਰ ਨੂੰ ਦਿੱਲੀ ਤੋਂ ਹਾਈਵੇ ਜਾਂਦਾ ਏ, ਇਸ ਤਰ੍ਹਾਂ ਤੋਂ ਜੀ ਜਿਵੇਂ ਰਾਜਪੁਰਾ ਰੋਡ 'ਤੇ ਏਜੰਸੀ ਹੈ ਜੀ, ਆਪਣੇ GT ਰੋਡ 'ਤੇ ਜੀ ਵੈਦਮਾਨ ਟਰੈਕਟਰਸ। ਹਾਂਜੀ ਵੀਰੋ, ਜੇ ਕਿਸੇ ਨੇ ਟਰੈਕਟਰ ਲੈਣਾ ਹੋਵੇ ਤਾਂ ਕੰਟੈਕਟ ਨੰਬਰ ਆਪਾਂ ਕਾਰਡ ਹੀ ਪਾ ਦਾਂਗੇ ਵਿੱਚ, ਤੁਸੀਂ ਆਪਣਾ ਕਾਰਡ 'ਤੇ ਸੰਪਰਕ ਕਰਕੇ ਆ ਕੇ ਟਰੈਕਟਰ ਲਿਜਾ ਸਕਦੇ ਹੋ। ਬਾਕੀ ਇਹ ਸੀ ਆਪਣੀ ਮੈਸੀ ਸਮਾਰਟ ਦੀ 9500 ਦੀ ਵੀਡੀਓ ਜਿਹੜੀ ਆਪਾਂ ਤੁਹਾਡੇ ਲੈ ਕੇ ਆਏ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਦਬਾਓ। ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ। ਧੰਨਵਾਦ।